ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪੰਜਾਬੀ ਸਾਹਿਤ ਦੀ ਜਮਾਤ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਤੇ ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੂਫੀ ਕਾਵਿਧਾਰਾ ਬਾਰੇ। ਪੰਜਾਬੀ ਸਾਹਿਤ ਵਿੱਚ ਜਿਹੜੀ ਸੂਫੀ ਕਾਵਿਧਾਰਾ ਹੈ, ਇਹਦਾ ਬੜਾ ਇੱਕ ਤਾਂ ਮਹੱਤਵ ਹੈ, ਕਿਉਂਕਿ ਇਹ ਧਾਰਾ ਆਦਿ ਕਾਲ ਤੋਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਇਹ ਲਗਭਗ ਜਿਹੜਾ ਆਧੁਨਿਕ ਕਾਲ ਹੈ ਉਹਦੇ ਜਮਾਂ ਨੇੜੇ ਆ ਕੇ ਇਹ ਆਪਣਾ ਜਿਹੜਾ ਵਜੂਦ ਹੈ ਉਸ ਨੂੰ ਘਟਾ ਦਿੰਦੀ ਹੈ ਹੌਲੀ ਹੌਲੀ। ਸੋ ਜੇ ਮੈਂ ਕਹਾਂ ਕਿ ਇਹ ਸੂਫੀ ਕਾਵਿਧਾਰਾ ਹੈ ਜਿਹੜੀ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਲੰਮੀ ਚੱਲਣ ਵਾਲੀ ਕਾਵਿਧਾਰਾ ਹੈ, ਕਿਉਂਕਿ ਇਹੀ ਸਭ ਤੋਂ ਲੰਮੀ ਕਿਉਂ ਹੈ? ਕਿਉਂਕਿ ਆਦਿ ਕਾਲ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ। ਆਦਿ ਕਾਲ ਦੇ ਵਿੱਚ ਆਪਾਂ ਬਾਬੇ ਫਰੀਦ ਨੂੰ ਪੜ੍ਹਦੇ ਹਾਂ, ਫਿਰ ਉਸ ਤੋਂ ਬਾਅਦ ਮੱਧ ਕਾਲ ਦੇ ਵਿੱਚ ਕਵੀਆਂ ਨੂੰ ਪੜ੍ਹਦੇ ਹਾਂ, ਅਤੇ ਇਸ ਤਰ੍ਹਾਂ ਕਰਕੇ ਆਪਾਂ ਅੰਤ ਦੇ ਵਿੱਚ ਜਿਹੜਾ ਆਪਾਂ ਪੜ੍ਹਾਂਗੇ ਉਸ ਹਿਸਾਬ ਨਾਲ ਆਪਾਂ ਚੱਲਾਂਗੇ। ਸਭ ਤੋਂ ਪਹਿਲਾਂ ਨਾ ਆਪਾਂ ਸੂਫੀ ਕਾਵਿਧਾਰਾ ਦੇ ਨਾਲ ਸੰਬੰਧਿਤ ਕੁਝ ਸ਼ਬਦਾਵਲੀ, ਕੁਝ ਇੰਪੋਰਟੈਂਟ ਤੱਥ ਆਪਾਂ ਸਮਝਣੇ ਆ, ਕਿਉਂਕਿ ਆਪਾਂ ਨੂੰ ਪਤਾ ਹੈ ਵੀ ਸੂਫੀ ਜਿਹੜਾ ਕਾਵਿ ਹੈ, ਜਿਹੜੇ ਸੂਫੀ ਲੋਕ ਨੇ ਉਹਨਾਂ ਦਾ ਸੰਬੰਧ ਇਸਲਾਮ ਧਰਮ ਦੇ ਨਾਲ ਹੈ। ਹੁਣ ਜਿਵੇਂ ਮੈਂ ਪਹਿਲੀ ਗੱਲ ਲਿਖੀ ਹੋਈ ਹੈ ਕਿ ਇਸਲਾਮ ਦੇ ਅਧਿਆਤਮਵਾਦੀਆਂ ਨੂੰ ਸੂਫੀ ਆਖਦੇ ਹਨ। ਸੂਫੀ ਸ਼ਬਦ ਸੰਬੰਧੀ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜਾ ਅਧਿਆਤਮਵਾਦ ਹੈ ਉਹ ਹੁੰਦਾ ਹੈ ਕਿ ਰੱਬ ਦੇ ਜਿਹੜੇ ਭੇਦ ਨੇ, ਰੱਬ ਦੇ ਸੰਬੰਧੀ ਜਿਹੜਾ ਕੋਈ ਰਹੱਸ ਹੈ ਉਹਨੂੰ ਦਾਰਸ਼ਨਿਕ ਰੂਪ ਦੇ ਵਿੱਚ ਸਮਝਣਾ, ਜਾਂ ਰੂਹਾਨੀਅਤ ਜਿਹਨੂੰ ਕਹਿ ਦਿੰਦੇ ਆ, ਉਹਨੂੰ ਕਿਹਾ ਜਾਂਦਾ ਹੈ ਅਧਿਆਤਮਵਾਦ। ਇਹਨੂੰ ਸਾਡੀ ਭਾਸ਼ਾ ਦੇ ਵਿੱਚ ਅਧਿਆਤਮਵਾਦ ਕਹਿ ਦਿੰਦੇ ਆ, ਅਤੇ ਸੂਫੀ ਲੋਕ ਇਸ ਨੂੰ ਕਹਿੰਦੇ ਆ ਰੂਹਾਨੀਅਤ। ਆਪਣੇ ਕਹਿੰਦੇ ਆ ਆਤਮਾ, ਸੂਫੀ ਲੋਕ ਕਹਿੰਦੇ ਆ ਰੂਹ। ਅੱਛਾ, ਇਸਲਾਮ ਦਾ ਜਿਹੜਾ ਅਧਿਆਤਮਵਾਦ ਹੈ ਉਸ ਨੂੰ ਸੂਫੀ ਕਹਿੰਦੇ ਨੇ, ਕਿਉਂਕਿ ਸੂਫੀ ਜਿਹੜਾ ਸੂਫੀ ਕਾਵਿ ਹੈ ਉਹ ਇਸਲਾਮ ਦੇ ਵਿੱਚੋਂ ਇਸ ਦਾ ਜਨਮ ਹੁੰਦਾ ਹੈ। ਹੁਣ ਦੇਖਦੇ ਹਾਂ ਜੀ, ਪਹਿਲਾਂ ਸ਼ਾਬਦਿਕ ਅਰਥ ਦੇਖਦੇ ਹਾਂ ਆਪਾਂ ਇਹਦੇ ਸ਼ਾਬਦਿਕ ਅਰਥ ਕੀ ਬਣਦੇ ਆ, ਅਸਲੀ ਸ਼ਾਬਦਿਕ ਅਰਥ ਸਾਡੇ ਵਿਦਵਾਨਾਂ ਨੇ ਕੀ ਰੱਖਿਆ ਇਹਦਾ। ਇੱਕ ਤਾਂ ਆਪਾਂ ਇਹਦੇ 'ਤੇ ਗੱਲ ਕਰ ਲਈਏ। ਹੁਣ ਇਹਦੇ ਨਾਲ ਆਪਾਂ ਨਾਲ ਹੁਣ ਜਿਵੇਂ ਆਪਾਂ ਬਾਬੇ ਫਰੀਦ ਨੂੰ ਪੜ੍ਹਾਂਗੇ, ਫਿਰ ਆਪਾਂ ਸ਼ਾਹ ਹੁਸੈਨ ਨੂੰ, ਫਿਰ ਆਪਾਂ ਸੁਲਤਾਨ ਬਾਹੂ ਨੂੰ, ਬੁੱਲੇ ਸ਼ਾਹ ਨੂੰ। ਇਹ ਜਿਹੜੇ ਕਵੀ ਜਿਨ੍ਹਾਂ ਦੇ ਮੈਂ ਨਾਮ ਲਏ ਆ, ਇਹ ਬਹੁਤ ਮਹੱਤਵ ਰੱਖਦੇ ਆ। ਇਹਨਾਂ ਦੇ ਵਿੱਚੋਂ ਸੰਬੰਧੀ ਪ੍ਰਸ਼ਨ ਪਤਾ ਨਹੀਂ ਕਿੰਨੇ ਕੁ ਪੁੱਛੇ ਜਾਂਦੇ ਆ ਅਤੇ ਪਤਾ ਨਹੀਂ ਕਿੱਥੋਂ ਪੁੱਛੇ ਜਾਂਦੇ ਆ। ਉਹ ਸਾਰਿਆਂ 'ਤੇ ਆਪਾਂ ਵਿਚਾਰ ਕਰਾਂਗੇ। ਉਦੋਂ ਪਹਿਲਾਂ ਮੈਂ ਇਹ ਵੀਡੀਓ ਹੈ ਜਿਹੜੀ, ਇਹ ਮੇਰਾ ਮਕਸਦ ਹੀ ਇਹ ਹੈ ਕਿ ਪਹਿਲਾਂ ਤੁਹਾਨੂੰ ਸ਼ਬਦਾਵਲੀ ਬਾਰੇ ਪਤਾ ਲੱਗੇ ਇਹਦੀ, ਵੀ ਸੂਫੀ ਨਾਲ ਸੰਬੰਧਿਤ ਕੋਈ ਸ਼ਬਦਾਵਲੀ, ਕੋਈ ਇੰਪੋਰਟੈਂਟ ਮੈਥਡ ਜਿਹੜੀਆਂ ਮੈਂ 4-5 ਆਪਣੇ ਹਿਸਾਬ ਨਾਲ ਮੈਂ ਜਿਹੜੀਆਂ ਵੀ ਕੋਈ ਗੱਲਾਂ ਮੈਨੂੰ ਇੰਪੋਰਟੈਂਟ ਲੱਗੀਆਂ ਨਾ ਐਗਜ਼ਾਮ ਦੀ ਦ੍ਰਿਸ਼ਟੀ ਤੋਂ, ਉਹ ਮੈਂ ਸਾਰੀਆਂ ਮੈਂ ਕਿਹਾ ਚਲੋ ਇਹ ਲਿਖ ਲੈਂਦੇ ਹਾਂ। ਇਹ ਤਾਂ PDF ਤੁਹਾਨੂੰ ਅਵੇਲੇਬਲ ਹੋ ਜੂਗੀ। ਰਾਈਟਿੰਗ ਇੱਕ ਵਾਰੀ ਤੁਸੀਂ ਕਿਵੇਂ ਨਾ ਕਿਵੇਂ ਐਡਜਸਟ ਕਰ ਲਿਓ। ਜਿੰਨਾ ਟਾਈਮ ਆਪਾਂ ਨੂੰ ਟਾਈਪਰਾਈਟਰ ਨਹੀਂ ਮਿਲਦਾ, ਕੋਈ ਅੱਛਾ ਟਾਈਪਰਾਈਟਰ ਮਿਲ ਗਿਆ ਜਿਵੇਂ ਹੀ, ਫਿਰ ਕੋਈ ਦਿੱਕਤ ਨਹੀਂ। ਬਾਕੀ ਮੇਰੇ ਹਿਸਾਬ ਨਾਲ ਇਹ ਠੀਕ ਹੈ। ਇਹਦੀ ਤੁਸੀਂ PDF ਹਾਰਡ ਕਾਪੀ ਕਢਵਾਓ, ਨਾਲ ਹੋਰ ਵੀ ਕੁਛ ਐਡ ਕਰਨਾ, ਕਿਉਂਕਿ ਆਪਾਂ ਸੂਫੀ ਕਾਵਿਧਾਰਾ 'ਚ ਪਹਿਲਾਂ ਜਿਹੜਾ ਆਪਾਂ ਪੜ੍ਹਾਂਗੇ ਕਵੀ ਬਾਬਾ ਸ਼ੇਖ ਫਰੀਦ ਨੂੰ ਪੜ੍ਹਾਂਗੇ। ਸ਼ੇਖ ਫਰੀਦ ਹੈ ਜਿਹੜਾ ਉਹ ਸਾਡੀ 11ਵੀਂ ਵਾਲੀ ਪੁਸਤਕ ਦੇ ਵਿੱਚ ਦੇ ਰੱਖਿਆ। 2 ਥਾਈਂ 3 ਥਾਈਂ ਜਿੱਥੇ ਵੀ ਦਿੱਤਾ ਉੱਥੇ ਆਪਾਂ ਉਸ ਨੂੰ ਪੜ੍ਹਨਾ ਹੈ। 2 ਥਾਈਂ ਤਾਂ ਪੱਕਾ ਹੀ ਹੈ। ਸ਼ੁਰੂ ਦੇ ਵਿੱਚ ਹੀ ਪਹਿਲਾ ਪਾਠ ਹੀ ਬਾਬਾ ਸ਼ੇਖ ਫਰੀਦ ਦਾ, ਉਸ ਤੋਂ ਬਾਅਦ ਪੰਜਾਬੀ ਸਾਹਿਤ ਦਾ ਇਤਿਹਾਸ ਜਿਹੜਾ ਪਾਠ ਚੱਲਦਾ ਬੁੱਕ ਦੇ ਵਿੱਚ, ਆਪਣੀ RBSE ਬੋਰਡ ਵਾਲੀ ਬੁੱਕ ਦੇ ਵਿੱਚ, ਉਹਦੇ ਵਿੱਚੋਂ ਵੀ ਆਪਾਂ ਵੇਖਾਂਗੇ ਚੀਜ਼ਾਂ। ਉਹਦੇ ਵਿੱਚ ਵੀ ਸੂਫੀ ਕਾਵਿਧਾਰਾ ਸੰਬੰਧੀ ਗੱਲਾਂ ਦਿੱਤੀਆਂ ਹੋਈਆਂ। ਹਾਂਜੀ, ਕਰਦੇ ਹਾਂ ਸ਼ੁਰੂ ਕੰਮ ਦੀਆਂ ਗੱਲਾਂ। ਆ ਜਾਓ ਆਪਣੀ ਹੁਣ ਪੂਰਾ ਰੋਹ ਦੇ ਵਿੱਚ ਆ ਜਾਓ, ਜਲਾਓ ਦੇ ਵਿੱਚ। ਇਸਲਾਮ ਦੇ ਅਧਿਆਤਮਵਾਦੀਆਂ ਨੂੰ ਸੂਫੀ ਆਖਦੇ ਹਨ। ਸੂਫੀ ਸ਼ਬਦਾਂ ਦੇ ਵਿੱਚ ਸ਼ਬਦ ਸੰਬੰਧੀ ਆਪਦੇ ਵਿਚਾਰ ਹੈ ਵਿਦਵਾਨਾਂ ਦੇ, ਕੋਈ ਦਿੱਕਤ ਨਹੀਂ। ਦੇਖਦੇ ਹਾਂ ਜੀ। ਕਈ ਕਹਿੰਦੇ ਜੀ ਸੂਫੀ ਸ਼ਬਦ ਹੈ ਜਿਹੜਾ ਸੁਫਾ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਚਬੂਤਰਾ। ਹੁਣ ਜਿਵੇਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਸੀਗੇ ਮੁਹੰਮਦ ਸਾਹਿਬ ਦੇ ਨਾਲ, ਜਿਨ੍ਹਾਂ ਦਾ ਕੋਈ ਥਾਂ ਟਿਕਾਣਾ ਨਹੀਂ ਸੀ, ਉਹ ਫਿਰ ਇੱਕ ਚਬੂਤਰੇ 'ਚ ਰਹਿੰਦੇ ਸੀ ਅਤੇ ਉੱਥੇ ਹੀ ਸਾਰੇ ਨਮਾਜ਼ ਪੜ੍ਹਦੇ ਸੀ, ਨਾਮ ਸਿਮਰਨ ਕਰਦੇ ਸੀ। ਫਿਰ ਉੱਥੋਂ ਪੈ ਗਿਆ ਜੀ ਚਬੂਤਰਾ। ਸੂਫੀ ਸ਼ਬਦ ਸਫ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਕਤਾਰ, ਪੰਕਤੀ। ਹੁਣ ਇੱਥੇ ਕੀ ਹੈ ਵੀ ਬਹੁਤ ਸਾਰੇ ਲੋਕ ਸੀ ਜਿਹੜੇ ਮੁਹੰਮਦ ਸਾਹਿਬ ਦੇ ਨਾਲ ਨਮਾਜ਼ ਪੜ੍ਹਦੇ ਹੁੰਦੇ ਸੀ ਪਹਿਲੀ ਪੰਕਤੀ ਦੇ ਵਿੱਚ, ਤਾਂ ਉਹਨਾਂ ਨੂੰ ਕਹਿਤਾ ਜੀ ਇਹ ਸੂਫੀ ਸ਼ਬਦ ਉਸ ਸਫ ਤੋਂ ਬਣਿਆ। ਸਫ ਦਾ ਮਤਲਬ ਕਤਾਰ। ਇੱਕ ਹੋਰ ਵਿਦਵਾਨਾਂ ਨੇ ਇੱਕ ਹੋਰ ਅਰਥ ਕੀਤਾ। ਵਿਦਵਾਨ ਸਾਡੇ ਹਜੇ ਹਟੇ ਨਹੀਂ। ਔਰ ਦੇਖੋ, ਸੂਫੀ ਸ਼ਬਦ ਯੂਨਾਨੀ ਸ਼ਬਦ ਸੋਫੀਆ ਤੋਂ ਬਣਿਆ ਹੈ। ਆਹ ਕਿਆ ਨਾਮ ਹੈ, ਸੋਫੀਆ। ਸੋਫੀਆ ਤੋਂ ਬਣਿਆ ਹੈ, ਜਿਸ ਦਾ ਅਰਥ ਹੁੰਦਾ ਹੈ ਦਾਨਿਸ਼, ਅਕਲ ਜਾਂ ਬੁੱਧੀ। ਸੋਫੀਆ ਸ਼ਬਦ ਦਾ ਅਰਥ ਹੈ ਦਾਨਿਸ਼, ਅਕਲ ਜਾਂ ਬੁੱਧੀ। ਕਈ ਵਿਦਵਾਨ ਕਹਿੰਦੇ ਜੀ ਆਹ ਦਾਨਿਸ਼ ਸ਼ਬਦ ਹੈ ਜਿਹੜਾ
ਜਿਹੜਾ ਸੋਫੀਆ ਸ਼ਬਦ ਹੈ ਇਸ ਤੋਂ ਸਾਡਾ ਸੂਫੀ ਸ਼ਬਦ ਬਣਿਆ। ਅੱਛਾ ਠੀਕ ਹੈ ਜੀ, ਇਹਨਾਂ ਵਿਦਵਾਨਾਂ ਦੀਆਂ ਗੱਲਾਂ ਹੋ ਗਈਆਂ ਕਲੀਅਰ। ਹੁਣ ਸਾਡੇ ਵਿਦਵਾਨਾਂ ਨੇ ਇੱਕ ਸਰਬ ਪ੍ਰਮਾਣਿਤ ਸਰਬਸੰਮਤੀ ਦੇ ਨਾਲ ਇੱਕ ਰਾਏ ਬਣਾ ਲਈ ਵੀ ਕਿਉਂ ਨਾ ਇਹਦਾ ਇੱਕ ਹੀ ਅਰਥ ਰੱਖਿਆ ਜਾਵੇ। ਉਹ ਕਿਹੜਾ ਹੈ ਜੀ? ਦੇਖੋ, ਅੱਜ ਦੀ ਪ੍ਰਮਾਣਿਤ ਰਾਏ ਅਨੁਸਾਰ ਸੂਫੀ ਸ਼ਬਦ ਸੂਫ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਊਨੀ ਮੋਟਾ ਕੱਪੜਾ। ਦਰਵੇਸ਼, ਦਰਵੇਸ਼ ਸ਼ਬਦ ਬਹੁਤ ਆਊਗਾ। ਦਰਵੇਸ਼ ਸ਼ਬਦ ਦਾ ਮਤਲਬ ਹੁੰਦਾ ਹੈ ਫਕੀਰ, ਮੰਗਤਾ, ਗਰੀਬ। ਦੇਖੋ ਕਿੰਨੇ ਕਿੰਨੇ ਅਰਥ ਲਿਖੇ ਆ। ਦਰਵੇਸ਼ ਦਾ ਮਤਲਬ ਹੁੰਦਾ ਹੈ ਫਕੀਰ, ਮੰਗਤਾ ਜਾਂ ਗਰੀਬ, ਕਿਉਂਕਿ ਬਾਬੇ ਫਰੀਦ ਦੇ ਸਲੋਕਾਂ ਦੇ ਵਿੱਚ ਦਰਵੇਸ਼ ਜਿਹੜਾ ਵਿਸ਼ਾ ਹੈ ਉਹ ਬਹੁਤ ਇੰਪੋਰਟੈਂਟ ਹੈ। ਫਰੀਦਾ ਸਾਹਿਬ ਦੀ ਘਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਬਾਬਾ ਫਰੀਦ ਕਹਿੰਦਾ ਦਰਵੇਸ਼ ਦਾ ਹਿਰਦਾ ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਇੱਕ ਦਰਵੇਸ਼ ਦਾ ਜੀਰਾ ਜਿਗਰਾ ਕਿਵੇਂ ਦਾ ਹੋਣਾ ਚਾਹੀਦਾ? ਰੁੱਖਾਂ ਵਰਗਾ। ਰੁੱਖ ਇੱਕ ਜਗ੍ਹਾ 'ਤੇ ਖੜਾ ਰਹਿੰਦਾ ਹੈ, ਜਿਗਰਾ ਇੱਕ ਜਗ੍ਹਾ 'ਤੇ ਟਿਕਿਆ ਹੋਣਾ ਚਾਹੀਦਾ। ਇਹ ਬਾਬੇ ਫਰੀਦ ਦਾ ਜਦੋਂ ਆਪਾਂ ਪੜ੍ਹਾਂਗੇ ਉਦੋਂ ਦਰਵੇਸ਼ ਸ਼ਬਦ ਆਊਗਾ। ਦਰਵੇਸ਼ ਲੋਕ ਇਹੀ ਕੱਪੜਾ ਪਹਿਨਦੇ ਸਨ। ਉਹ ਜਿਹੜੇ ਦਰਵੇਸ਼ ਲੋਕ ਸੀ, ਫਕੀਰ ਲੋਕ ਸੀ, ਉਹ ਕੀ ਕਰਦੇ ਸੀ? ਇਸ ਤਰ੍ਹਾਂ ਦਾ ਇੱਕ ਕੱਪੜਾ ਪਹਿਨਦੇ ਸੀ ਜਿਹੜਾ ਸੂਫ ਤੋਂ ਬਣਿਆ ਹੁੰਦਾ ਸੀ। ਸੂਫ ਦੇ ਉੱਪਰ ਅਰਬੀ ਲਿਖਿਆ ਹੋਇਆ। ਸੂਫ ਹੈ ਜਿਹੜਾ ਉਹ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਊਨੀ ਮੋਟਾ ਕੱਪੜਾ। ਈਰਾਨ ਵਿੱਚ ਸੂਫੀਆਂ ਨੂੰ ਕਿਹਾ ਜਾਂਦਾ ਸੀ ਜੀ ਪਸ਼ਮੀਨਾ ਪੋਸ਼। ਆ ਪਸ਼ਮੀਨਾ ਪੋਸ਼ ਲਿਖਿਆ, ਪਸ਼ਮੀਨਾ ਪੋਸ਼। ਪਸ਼ਮੀਨਾ ਦਾ ਸ਼ਾਬਦਿਕ ਅਰਥ ਹੁੰਦਾ ਹੈ ਇੱਕ ਸੂਫੀ ਕੱਪੜਾ, ਤੇ ਪੋਸ਼ ਪੋਸ਼ਾਕ, ਪੋਸ਼ ਤੋਂ ਬਣਿਆ ਪੋਸ਼ਾਕ। ਇੱਕ ਮਤਲਬ ਰੇਸ਼ਮੀ ਕੱਪੜੇ ਦੀ ਜਿਹੜੀ ਪੋਸ਼ਾਕ, ਊਨੀ ਮੋਟਾ ਕੱਪੜਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਇਹੀ ਸਾਡੀ ਅੱਜ ਦੀ ਸਰਬ ਪ੍ਰਮਾਣਿਤ ਰਾਏ ਹੈ ਜੀ। ਸੂਫੀ ਸ਼ਬਦ ਹੈ ਜਿਹੜਾ ਇਹ ਸੂਫ ਤੋਂ ਬਣਿਆ ਅਤੇ ਜਿਹਦੇ ਅਰਥ ਬਣਦੇ ਆ ਜੀ ਊਨੀ ਮੋਟਾ ਕੱਪੜਾ ਜਾਂ ਸੂਤੀ, ਊਨੀ ਜਾਂ ਸੂਤੀ। ਹਾਂਜੀ, ਸੂਫੀ ਵਿਚਾਰਧਾਰਾ ਅਤੇ ਚਿੰਤਨ ਨੂੰ ਹੁਣ ਸੂਫੀਆਂ ਦੀ ਵਿਚਾਰਧਾਰਾ ਦਾ ਇੱਕ ਹੋਰ ਨਾਮ ਆਉਂਦਾ ਹੈ। ਆਪਾਂ ਨੂੰ ਇਹ ਗੱਲ ਤਾਂ ਪਤਾ ਹੈ ਵੀ ਇਸਲਾਮ ਦੀ ਅਧਿਆਤਮਵਾਦ ਨਾਲ ਜੁੜਿਆ ਹੋਇਆ ਹੈ, ਇਸਲਾਮ ਧਰਮ ਦੀ ਰੂਹਾਨੀਅਤ ਦੇ ਨਾਲ ਜੁੜਿਆ ਹੋਇਆ ਹੈ। ਸੂਫੀ ਨੂੰ ਤੇ ਇਸਲਾਮ ਧਰਮ ਨੂੰ ਅੱਡ ਅੱਡ ਨਹੀਂ ਕੀਤਾ ਜਾ ਸਕਦਾ, ਦੋਨੋਂ ਇੱਕ ਦੂਜੇ ਦੇ ਪੂਰਕ ਮੰਨ ਲਓ। ਅੱਗੇ ਦੇਖੋ, ਬੜੀ ਇੰਪੋਰਟੈਂਟ ਗੱਲ ਹੈ। ਸੂਫੀ ਵਿਚਾਰਧਾਰਾ ਤੇ ਚਿੰਤਨ ਨੂੰ ਕੀ ਕਹਿੰਦੇ ਆ ਜੀ? ਤਸੱਵੁਫ ਜਾਂ ਸੂਫੀ ਮਤ ਆਖਦੇ ਹਨ। ਤਸੱਵੁਫ ਸ਼ਬਦ ਆਊਗਾ ਜਦੋਂ ਹੀ, ਇਹਦਾ ਮਤਲਬ ਹੀ ਕੀ ਹੈ? ਸੂਫੀ ਵਿਚਾਰਧਾਰਾ, ਸੂਫੀ ਮਤ, ਤਸੱਵੁਫ। ਕਿਉਂਕਿ ਕਈ ਵਿਦਵਾਨਾਂ ਨੇ ਪਤਾ ਕੀ ਕੀਤਾ, ਜਿਹੜੀਆਂ ਸਾਡੀਆਂ ਮੂਲ ਕਿਤਾਬਾਂ ਉਹਦੇ ਵਿੱਚ ਕਿਸੇ ਨੇ ਤਾਂ ਸੂਫੀਵਾਦ ਲਿਖਤਾ, ਕਿਸੇ ਨੇ ਸੂਫੀ ਮਤ, ਕਿਸੇ ਨੇ ਤਸੱਵੁਫ ਲਿਖਤਾ। ਉਸ ਨੂੰ ਤਸੱਵੁਫ ਸ਼ਬਦ ਦਾ ਰੱਖਿਓ ਧਿਆਨ। ਤਸੱਵੁਫ ਸ਼ਬਦ ਦਾ ਮਤਲਬ ਹੁੰਦਾ ਸੂਫੀ ਮਤ, ਮਤਲਬ ਜਿਹੜੀ ਸੂਫੀਆਂ ਦੀ ਵਿਚਾਰਧਾਰਾ ਤੇ ਚਿੰਤਨ ਨੂੰ ਤਸੱਵੁਫ ਜਾਂ ਸੂਫੀ ਮਤ ਵੀ ਕਹਿ ਦਿੱਤਾ ਜਾਂਦਾ ਹੈ, ਜਿਸ ਦਾ ਅਰਥ ਹੈ ਈਸ਼ਵਰੀ ਗਿਆਨ, ਈਸ਼ਵਰ ਦਾ ਗਿਆਨ। ਤਸੱਵੁਫ ਜਾਂ ਸੂਫੀ ਮਤ ਇਸਲਾਮ ਧਰਮ ਦਾ ਰਹੱਸਵਾਦੀ ਪੱਖ ਹੈ। ਦੇਖੋ ਜੀ, ਪਰਮਾਤਮਾ ਦਾ ਗਿਆਨ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਰਹੱਸ ਹੈ, ਸੀਕ੍ਰੇਟ ਹੈ। ਸੋ ਉਹਦੇ ਵਿੱਚ ਜਿਹੜਾ ਸੂਫੀ ਮਤ ਹੈ ਜਿਹੜਾ ਉਹ ਇਸਲਾਮ ਧਰਮ ਦਾ ਇੱਕ ਰਹੱਸਵਾਦੀ ਪੱਖ ਹੈ। ਇਸਲਾਮ ਅਤੇ ਸੂਫੀਵਾਦ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਮੈਂ ਤੁਹਾਨੂੰ ਦੱਸਿਆ ਸੀ ਨਾ ਗੱਲ, ਇਸਲਾਮ ਅਤੇ ਸੂਫੀਵਾਦ ਇਹਨਾਂ ਨੂੰ ਆਪਾਂ ਅਲੱਗ-ਅਲੱਗ ਕਰਕੇ ਨਹੀਂ ਦੇਖ ਸਕਦੇ। ਸੂਫੀ ਚਿੰਤਨ ਅਨੁਸਾਰ ਜੀ ਮਨੁੱਖ ਦੀ ਯਾਤਰਾ ਦਾ ਇੱਕ ਦਾਇਰਾ ਹੈ। ਸੂਫੀ ਚਿੰਤਕਾਂ ਨੇ ਕੀ ਕੀਤਾ ਹੈ ਵੀ ਮਨੁੱਖ ਦੀ ਯਾਤਰਾ ਦਾ ਇੱਕ ਦਾਇਰਾ ਨਿਰਧਾਰਿਤ ਕੀਤਾ ਹੈ। ਦੇਖੋ ਜੀ ਕਿਹੜਾ ਇੰਪੋਰਟੈਂਟ ਗੱਲਾਂ ਹੈ ਇਹਦੇ ਵਿੱਚ, ਤੁਸੀਂ ਸ਼ਬਦਾਵਲੀ ਸੁਣੀ ਹੋਊਗੀ। ਇੱਕ ਦਾਇਰੇ ਵਿੱਚ ਚੱਲਦੀ ਹੈ ਜਿਸ ਨੂੰ ਕਹਿੰਦੇ ਹੈ ਜੀ ਦਾਇਰਾ ਤੁਲ ਵਜੂਦ। ਪ੍ਰਸ਼ਨ ਆ ਜੇ, ਮੰਨ ਲਓ ਵੀ ਸੂਫੀ ਜਿਹੜੇ ਚਿੰਤਕ ਨੇ ਉਹਨਾਂ ਨੇ ਮਨੁੱਖ ਦੀ ਯਾਤਰਾ ਨੂੰ, ਜਿਹੜਾ ਮਨੁੱਖ ਦੀ ਯਾਤਰਾ ਜਿਹੜਾ ਦਾਇਰਾ ਹੈ ਉਹਦਾ ਨਾਮ ਕੀ ਹੈ? ਮੰਨ ਲਓ ਐਵੇਂ ਹੀ ਆ ਜੇ ਪ੍ਰਸ਼ਨ ਹੀ ਬਣਾਉਣਾ ਐਗਜ਼ਾਮੀਨਰ ਨੇ। ਨਾਲੇ ਹੁਣ ਤਾਂ ਇਸ ਤਰ੍ਹਾਂ ਦੇ ਪ੍ਰਸ਼ਨਾਂ ਦਾ ਪ੍ਰਚਲਨ ਹੈ। ਹੁਣ ਤਾਂ ਪਤਾ ਨਹੀਂ ਕੀ ਕੁਛ, ਉਹ ਜ਼ਮਾਨੇ ਗਏ ਜਦੋਂ ਪੁੱਛ ਲਿਆ ਹਾਂਜੀ ਬਾਬੇ ਫਰੀਦ ਦੇ ਸਲੋਕ ਕਿੰਨੇ ਆ, ਬਾਬੇ ਫਰੀਦ ਦੇ ਸ਼ਬਦ ਕਿੰਨੇ ਆ, ਕਿਹੜੇ ਰਾਗ ਦੇ ਵਿੱਚ ਹੈ ਜੀ, ਉਹ ਗੱਲਾਂ ਤਾਂ ਗਈਆਂ। ਹੁਣ ਦੇਖੋ ਜੀ, ਹਾਂਜੀ ਇੱਕ ਦਾਇਰੇ ਵਿੱਚ ਚੱਲਦੀ ਹੈ ਜਿਹਨੂੰ ਕਿਹਾ ਜਾਂਦਾ ਦਾਇਰਾ ਤੁਲ ਵਜੂਦ। ਨਾਮ ਰੱਖ ਲਿਓ ਧਿਆਨ, ਹੌਲੀ ਹੌਲੀ ਸ਼ਬਦਾਵਲੀ ਜਿਵੇਂ ਜਿਵੇਂ ਤੁਸੀਂ ਸੁਣਦੇ ਜਾਓਗੇ ਤੁਹਾਡੇ ਹੌਲੀ ਹੌਲੀ ਦਿਮਾਗ ਦੇ ਵਿੱਚ ਆਉਂਦੀ ਜਾਊਗੀ। ਦਾਇਰਾ ਤੋਂ, ਕਿਉਂਕਿ ਬਹੁਤ ਸਾਰੇ ਨਵੇਂ ਜੁੜੇ ਹੋਵੋਗੇ ਤੁਸੀਂ, ਅਤੇ ਐਵੇਂ ਨਾ ਹੋਵੇ ਵੀ ਇਹਨੂੰ ਵੇਖ ਕੇ ਦਾਇਰਾ ਤੁਲ ਵਜੂਦ ਗੁਰਜੀ ਤਲਬ ਇਸ਼ਕ ਮਾਰਫਤ ਇਸਤਗਨਾ, ਇਹ ਕੀ ਲਿਖਿਆ ਗੁਰਜੀ, ਕਿਤੇ ਵੀਡੀਓ ਬੰਦ ਕਰ ਦਿਓ, ਕਦੇ ਗੁਰਜੀਆਂ ਨੂੰ ਮੋਬਾਈਲ 'ਚ ਹੀ ਭਜਾ ਦਿਓ, ਐਵੇਂ ਨਾ ਕਰਿਓ। ਦੇਖੋ ਕੋਈ ਗੱਲ ਨਹੀਂ, ਸ਼ਬਦਾਵਲੀ ਹੈ, ਸ਼ਬਦਾਵਲੀ ਹੌਲੀ ਹੌਲੀ ਆ ਜਾਊਗੀ ਧਿਆਨ ਵਿੱਚ। ਹਾਂਜੀ, ਦਾਇਰਾ ਤੁਲ ਵਜੂਦ ਆਖਦੇ ਹਨ। ਸੂਫੀ ਚਿੰਤਕ ਹੋਇਆ ਜੀ ਇੱਕ ਫਰੀਦੁਦੀਨ ਅਤਾਰ।
ਫਰੀਦੁਦੀਨ ਅਤਾਰ ਨੇ ਇਸ ਦੀਆਂ 7 ਅਵਸਥਾਵਾਂ ਦੱਸੀਆਂ। ਕਹਿੰਦਾ ਜੀ ਬੰਦੇ ਦੀ ਯਾਤਰਾ ਦੇ 7 ਪੜਾਵ ਹੈ ਜੀ, 7 ਅਵਸਥਾਵਾਂ। ਕਹਿੰਦਾ ਮਨੁੱਖ ਦੀ ਯਾਤਰਾ, ਜਿਹਦਾ ਨਾਮ ਕੀ ਲਿਖਿਆ, ਦਾਇਰਾ ਤੁਲ ਵਜੂਦ। ਪਹਿਲੀ ਕਹਿੰਦਾ ਕੀ ਹੈ, ਤਲਬ ਜਗਿਆਸਾ, ਜਾਂ ਉਹਦਾ ਨਾਮ ਹੈ ਵਾਦੀਏ ਤਲਾਸ਼। ਮਤਲਬ ਕੀ ਹੈ ਵੀ ਜਦੋਂ ਤਲਬ ਜਾਂ ਜਗਿਆਸਾ ਉੱਠੂਗੀ ਉਦੋਂ ਬੰਦਾ ਕੀ ਕਰੇਗਾ, ਰੱਬ ਦੀ ਤਲਾਸ਼ ਜਾਰੀ ਕਰੇਗਾ। ਜਿੰਨਾ ਚਿਰ ਜਗਿਆਸਾ ਨਹੀਂ, ਜਗਿਆਸਾ ਵਾਲਾ ਤੁਸੀਂ ਪੜ੍ਹਦੇ ਹੀ ਹੋ, ਇੱਕ ਨਿਯਮ ਜਿਹੜਾ ਸਾਈਕੋਲੋਜੀ ਦੇ ਵਿੱਚ ਪੜ੍ਹਦੇ ਹੋ ਤੁਸੀਂ, ਹੈ ਨਾ, ਥਾਰਨਡਾਈਕ ਵਾਲਾ ਸ਼ਾਇਦ ਪੜ੍ਹਦੇ ਹੋ। ਹਾਂ, ਜਿੰਨਾ ਚਿਰ ਜਗਿਆਸਾ ਹੀ ਨਹੀਂ ਗੀ, ਜਿੰਨਾ ਚਿਰ ਭੁੱਖ ਹੀ ਹੈ ਨਹੀਂ, ਉਹਨਾਂ ਚਿਰ ਰੋਟੀ ਦੇ ਕੋਲ ਨਹੀਂ ਜਾਊਗਾ ਬੰਦਾ। ਬਸ ਉਹੀ ਸਮਝ ਲਓ। ਤਲਬ ਜਾਂ ਜਗਿਆਸਾ, ਉਹ ਕਈ ਵਾਰੀ ਕਈਆਂ ਨੂੰ ਨਸ਼ੇ ਦੀ ਨਹੀਂ ਤਲਬ ਲੱਗੀ ਹੁੰਦੀ, ਆਪਾਂ ਕਹਿੰਦੇ ਇਹਨੂੰ ਬੜੀ ਤਲਬ ਲੱਗੀ ਹੈ। ਤਲਬ ਜਗਿਆਸਾ, ਵਾਦੀਏ ਤਲਾਸ਼ ਕਿਹਾ ਜਾਂਦਾ ਹੈ। ਇਹਦਾ ਮਤਲਬ ਹੈ ਰੱਬੀ ਤਲਾਸ਼ ਦੀ ਅਵਸਥਾ। ਲਓ ਮੈਂ ਸਾਰੇ ਨੂੰ ਤੁਹਾਡੇ ਸਾਹਮਣੇ ਕਰ ਦਿੰਦਾ, ਆ ਚੱਕੋ। ਹਾਂ ਹੁਣ ਠੀਕ ਹੈ, ਰਾਈਟਿੰਗ ਠੀਕ ਹੈ ਜਿਵੇਂ ਦੀ ਹੈਗੀ ਹੈ, ਪਰ ਮੈਨੂੰ ਇੰਨੀ ਉਮੀਦ ਆ ਵੀ ਸਮਝ ਆਉਂਦੀ ਹੋਣੀ ਹੈ ਤੁਹਾਨੂੰ। ਹਾਂ, ਇਸ਼ਕ ਜਾਂ ਪ੍ਰੇਮ ਦੂਸਰਾ। ਹੁਣ ਹੋ ਗਿਆ ਜੀ ਰੱਬ ਨਾਲ ਪ੍ਰੇਮ। ਪਹਿਲੀ ਪੌੜੀ ਦੇ ਵਿੱਚ, ਪਹਿਲੇ ਸਟੈਪ ਦੇ ਵਿੱਚ ਕੀ ਕਰੀ ਜਾਂਦਾ ਬੰਦਾ, ਰੱਬ ਦੀ ਤਲਾਸ਼ ਕਰੀ ਜਾਂਦਾ, ਰੱਬ ਦੀ ਤਲਾਸ਼। ਕਿਉਂਕਿ ਜਗਿਆਸਾ ਹੋ ਗਈ ਸ਼ੁਰੂ, ਤਲਬ ਲੱਗ ਗਈ। ਉਸ ਤੋਂ ਬਾਅਦ ਹੋ ਗਿਆ ਇਸ਼ਕ ਜਾਂ ਪ੍ਰੇਮ, ਜਿਹਨੂੰ ਕਿਹਾ ਜਾਂਦਾ ਵਾਦੀਏ ਇਸ਼ਕ। ਵਾਦੀਏ ਇਸ਼ਕ ਦਾ ਮਤਲਬ ਰੱਬੀ ਇਸ਼ਕ ਦੀ ਅਵਸਥਾ ਹੋ ਗਈ। ਉਸ ਤੋਂ ਬਾਅਦ ਆ ਗਿਆ ਜੀ ਮਾਰਫਤ। ਮਾਰਫਤ ਦਾ ਸ਼ਾਬਦਿਕ ਅਰਥ ਹੈ ਗਿਆਨ, ਜਿਹਨੂੰ ਦੂਸਰਾ ਨਾਮ ਹੈ ਵਾਦੀਏ ਮਾਰਫਤ। ਨਾਲ ਨਾਲ ਮੈਂ ਵੇਖ ਲਓ ਅਰਥ ਲਿਖਤੇ ਆ। ਤਲਬ ਦਾ ਮਤਲਬ ਜਗਿਆਸਾ, ਇਸ਼ਕ ਦਾ ਪ੍ਰੇਮ ਤਾਂ ਪਤਾ ਹੀ ਹੈ, ਮਾਰਫਤ ਗਿਆਨ, ਇਸਤਗਨਾ ਵੈਰਾਗ, ਤੌਹੀਦ ਅਨੇਕਤਾ ਵਿੱਚ ਪਸਰੀ ਏਕਤਾ। ਉਸ ਤੋਂ ਬਾਅਦ 6 ਤੇ 7 ਹੈਰਤ ਤੇ ਫਨਾ। ਹਾਂਜੀ ਹਾਂ, ਪੂਰੇ ਸਾਰੇ ਲੈਣੇ ਆਪਾਂ। ਹਾਂ ਹੁਣ ਠੀਕ ਹੈ। ਰੱਬੀ ਇਸ਼ਕ ਦੀ ਅਵਸਥਾ ਦੂਸਰੀ ਹੋ ਗਈ। ਤੀਸਰੀ ਅਵਸਥਾ ਮਾਰਫਤ ਜਾਂ ਗਿਆਨ, ਜਿਹਨੂੰ ਵਾਦੀਏ ਮਾਰਫਤ ਕਿਹਾ ਜਾਂਦਾ ਹੈ। ਹੁਣ ਇੱਥੇ ਕੀ ਹੋ ਗਿਆ ਕਿ ਰੱਬ ਦੀ ਪਹਿਚਾਣ ਹੋਈ, ਰੱਬ ਦੀ ਹਸਤੀ ਦੀ ਪਹਿਚਾਣ ਹੋ ਗਈ ਬੰਦੇ ਨੂੰ। ਰੱਬ ਦੀ ਹਸਤੀ ਦਾ, ਰੱਬ ਦੀ ਹੋਂਦ ਦਾ, ਰੱਬ ਦੇ ਅਸਤਤਵ ਦਾ, ਰੱਬ ਦੇ ਐਗਜ਼ਿਸਟੈਂਸ ਦਾ ਗਿਆਨ ਹੋ ਗਿਆ। ਉਸ ਤੋਂ ਬਾਅਦ ਕੀ ਹੋਇਆ, ਇਸਤਗਨਾ ਜਾਂ ਵੈਰਾਗ। ਜਦੋਂ ਹੋਇਆ ਗਿਆਨ, ਉਸ ਤੋਂ ਬਾਅਦ ਅਗਲੀ ਅਵਸਥਾ ਵੈਰਾਗ ਦੀ। ਵੈਰਾਗ ਦੀ ਅਵਸਥਾ ਜਦੋਂ ਹੋਈ, ਇਸਤਗਨਾ, ਜਿਹਨੂੰ ਕਿਹਾ ਜਾਂਦਾ ਵਾਦੀਏ ਮਹਿਵੀਅਤ। ਮਹਿਵੀਅਤ ਦੇ ਵਿੱਚ ਰੱਬ ਨਾਲ ਲਿਵ ਜੁੜ ਗਈ ਜੀ। ਹੁਣ ਸੁਰਤ ਲਿਵ, ਸੁਰਤ ਲਿਵ ਅੰਗਰੇਜ਼ੀ ਵਾਲਾ ਨਹੀਂ ਗਾ, ਲਿਵ ਮੈਨੇ ਰਹਿਣਾ, ਉਹ ਨਹੀਂ ਗਾ। ਲਿਵ ਮਤਲਬ ਬੜੀ ਫਲਾਣੇ ਦੀ ਜੀ ਲਿਵ ਲੱਗ ਗਈ। ਲਿਵ ਦਾ ਮਤਲਬ ਸੁਰਤ ਜੁੜਨ ਦੀ ਅਵਸਥਾ ਹੋ ਗਈ। ਉਸ ਤੋਂ ਬਾਅਦ ਆ ਗਈ ਜੀ ਤੌਹੀਦ। ਤੌਹੀਦ ਦਾ ਮਤਲਬ ਹੈ ਅਨੇਕਤਾ ਵਿੱਚ ਪਸਰੀ ਏਕਤਾ, ਏਕੇਸ਼ਵਰਵਾਦ, ਇੱਕ ਈਸ਼ਵਰ, ਅਨੇਕਤਾ ਵਿੱਚ ਪਸਰੀ ਏਕਤਾ। ਵਾਦੀਏ ਵਹਿਦਤ, ਇਹ ਹੈ ਜੀ ਮਸਤੀ ਦੀ ਅਵਸਥਾ। ਹੁਣ ਮਨੁੱਖ ਇੱਥੇ ਜਦੋਂ ਪਹੁੰਚਿਆ 5 ਨੰਬਰ ਤੇ ਗਿਆ ਤੇ ਹੋਸ਼ ਖੋ ਬੈਠਾ। ਕਿਉਂਕਿ ਰੱਬ ਨਾਲ ਲਿਵ ਜੁੜੀ। ਉਸ ਤੋਂ ਬਾਅਦ ਅਗਲਾ ਸਟੈਪ ਆ ਗਿਆ ਜੀ ਮਸਤੀ ਦਾ ਮਤਲਬ ਆਪਣੇ ਹੋਸ਼ ਖੋ ਦੇਣੇ, ਮਸਤ। ਸੂਫੀਆਂ ਨੇ ਅੱਗੇ ਕੀ, ਦੇਖੋ ਜੀ ਇੱਕ ਬੜੀ ਇੰਪੋਰਟੈਂਟ ਗੱਲ ਲਿਖੀ ਹੈ, ਮੈਂ ਨੋਟ ਲਾ ਕੇ ਲਿਖੀ ਹੈ। ਮੇਰੇ ਨੋਟ ਤੇ ਲੀਕਾਂ ਵੱਜ ਗਈਆਂ, ਚਲੋ ਕੋਈ ਨਹੀਂ। ਸੂਫੀਆਂ ਨੇ ਇਸਲਾਮ ਦੇ ਬੁਨਿਆਦੀ ਸਿਧਾਂਤ ਤੌਹੀਦ, ਇਸਲਾਮ ਦਾ ਇੱਕ ਬੁਨਿਆਦੀ ਸਿਧਾਂਤ ਹੈ ਜੀ ਤੌਹੀਦ, ਏਕੇਸ਼ਵਰਵਾਦ, ਅਦਵੈਤਵਾਦ ਮਤਲਬ ਉਸ ਪਰਮਾਤਮਾ ਵਰਗਾ ਦੂਜਾ ਹੋਰ ਕੋਈ ਨਹੀਂ, ਉਹਨੂੰ ਕਿਹਾ ਜਾਂਦਾ ਅਦਵੈਤਵਾਦ ਨੇ ਸੂਫੀ ਦਰਸ਼ਨ ਵਿੱਚ ਵਿਸ਼ੇਸ਼ ਅਤੇ ਪ੍ਰਮੁੱਖ ਸਥਾਨ ਦਿੱਤਾ ਹੈ, ਜਿਸ ਨੂੰ ਕਿਹਾ ਜਾਂਦਾ ਹੈ ਵਹਿਦਤੁਲ ਵਜੂਦ, ਹਮਾਉਸਤ ਕਿਹਾ ਜਾਂਦਾ ਹੈ। ਮਤਲਬ ਕੀ ਹੈ, ਵਜੂਦ ਦਾ ਇੱਕ ਹੋਣਾ, ਪਰਮਾਤਮਾ ਦਾ ਵਜੂਦ ਇੱਕ ਹੈ। ਇਹਨਾਂ ਦੀ ਸ਼ਬਦਾਵਲੀ ਰੱਖਿਓ ਬਈ ਚੇਤੇ। ਵਹਿਦਤੁਲ ਵਜੂਦ ਜਾਂ ਹਮਾਉਸਤ ਦਾ ਮਤਲਬ ਹੈ ਤੌਹੀਦ ਜਾਂ ਅਦਵੈਤਵਾਦ, ਪਰਮਾਤਮਾ ਦਾ ਇੱਕ ਹੋਣਾ। ਸਾਰੇ ਸਮਾਨਾਰਥੀ ਸ਼ਬਦ ਹੈ। ਤੌਹੀਦ ਅਨੇਕਤਾ ਵਿੱਚ ਪਸਰੀ ਏਕਤਾ, ਵਾਦੀਏ ਵਹਿਦਤ, ਤੌਹੀਦ ਅਦਵੈਤਵਾਦ, ਵਹਿਦਤੁਲ ਵਜੂਦ ਜਾਂ ਹਮਾਉਸਤ। ਕਿਉਂਕਿ ਇਸਲਾਮ ਦੇ ਬੁਨਿਆਦੀ ਸਿਧਾਂਤ ਦੇ ਵਿੱਚ ਇਹਦਾ ਨਾਮ ਸੀ ਤੌਹੀਦ। ਸੂਫੀ ਕਵੀਆਂ ਨੇ ਇਹਨੂੰ ਨਾਮ ਦਿੱਤਾ ਵਹਿਦਤੁਲ ਵਜੂਦ, ਹਮਾਉਸਤ, ਵਜੂਦ ਦਾ ਇੱਕ ਹੋਣਾ। ਵਜੂਦ ਹਸਤੀ, ਪਰਮਾਤਮਾ ਦੀ ਹਸਤੀ ਕੇਵਲ ਇੱਕ, ਓਨਲੀ ਵਨ ਐਂਡ ਹੀ ਇਜ਼ ਗॉड, ਵਜੂਦ ਦਾ। ਉਸ ਤੋਂ ਬਾਅਦ ਹੈਰਤ, ਜਦੋਂ ਕੀ ਹੋਇਆ, ਮਸਤੀ ਦੀ ਅਵਸਥਾ ਹੋਈ, ਫਿਰ ਹੈਰਤ ਦਾ ਮਤਲਬ ਹੈਰਾਨੀ, ਅਚੰਭਾ। ਤੁਹਾਨੂੰ ਵੀ ਅਚੰਭਾ ਹੋ ਗਿਆ ਹੋਊਗਾ ਵੀ ਗੁਰਜੀਆਂ ਨੇ ਕਲਾਸਾਂ ਸ਼ੁਰੂ ਕਰਤੀਆਂ। ਹੈਰਤ, ਅਚੰਭਾ, ਵਾਦੀਏ ਹੈਰਤ, ਇਹ ਹੈਗੀ ਜੀ ਵਿਸਮਾਦ ਦੀ ਅਵਸਥਾ। ਵਿਸਮਾਦ ਦਾ ਸ਼ਾਬਦਿਕ ਅਰਥ ਹੈਰਾਨੀ। ਤੁਸੀਂ ਪੜ੍ਹਦੇ ਹੋਵੋਗੇ
ਗੁਰਬਾਣੀ ਦੇ ਵਿੱਚ ਵੀ ਆਉਂਦਾ ਨਾ, ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ। ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿੱਚ ਵਿਸਮਾਦ ਸ਼ਬਦ ਦਾ ਇਸਤੇਮਾਲ ਕੀਤਾ ਹੈ ਨਾ। ਵਿਸਮਾਦ ਦਾ ਸ਼ਾਬਦਿਕ ਅਰਥ ਅਚੰਭਾ, ਹੈਰਾਨੀ, ਜਿਹਨੂੰ ਕਿਹਾ ਜਾਂਦਾ ਵਾਦੀਏ ਹੈਰਤ। ਉਸ ਤੋਂ ਬਾਅਦ ਜੀ ਫਨਾ। ਫਨਾ ਤਾਂ ਤੁਸੀਂ ਗਾਣਾ ਵੀ ਸੁਣਿਆ ਹੋਊਗਾ ਹੈ ਨਾ, ਹੋਣਾ ਹੈ ਤੁਝ ਮੇਂ ਫਨਾ। ਹਾਂ, ਫਨਾ ਇੱਛਾਵਾਂ ਦੀ ਸਮਾਪਤੀ ਹੋ ਗਈ, ਰੱਬ ਦੇ ਨਾਲ ਇੱਕਮਿਕ ਹੋ ਗਿਆ। ਫਨਾ ਦਾ ਮਤਲਬ ਹੁੰਦਾ ਉਹਦੇ ਵਿੱਚ ਹੀ ਰਲ ਜਾਣਾ। ਆਤਮਾ ਪਰਮਾਤਮਾ ਦਾ ਮਿਲਣ, ਆਤਮਾ ਤੇ ਪਰਮਾਤਮਾ ਦੋਨੋਂ ਹੋ ਗਏ ਇੱਕੋ ਹੀ, ਉਹਨੂੰ ਕਿਹਾ ਗਿਆ ਫਨਾ ਜਾਂ ਵਾਦੀਏ ਫਨਾ। ਰੱਬ ਨਾਲ ਇੱਕਮਿਕਤਾ ਦੀ ਅਵਸਥਾ ਹੋ ਗਈ ਜੀ। ਲਓ ਜੀ, ਇਹ ਸ਼ੁਰੂ ਹੋਈ ਅਵਸਥਾ ਤਲਬ ਤੋਂ ਤੇ ਖ਼ਤਮ ਹੋਈ ਫਨਾ ਤੇ ਜਾ ਕੇ। ਫਨਾ ਵਾਲੀ ਅਵਸਥਾ ਬਹੁਤ ਘੈਂਟ ਅਵਸਥਾ। ਫਨਾ ਵਾਲੀ ਅਵਸਥਾ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਰੱਬ, ਕਈ ਵਾਰੀ ਐਵੇਂ ਹੋਇਆ ਵੀ ਬਹੁਤ ਸਾਰੇ ਸੂਫੀ ਕਵੀ ਇਸ ਤਰ੍ਹਾਂ ਦੇ ਹੋਏ, ਜਦੋਂ ਫਨਾ ਦੀ ਅਵਸਥਾ 'ਤੇ ਪਹੁੰਚੇ ਤੇ ਉਹ ਆਪਣੇ ਆਪ ਨੂੰ ਰੱਬ ਮੰਨਣ ਲੱਗ ਗਏ। ਉਹਨਾਂ ਨੇ ਅਨਲ ਹੱਕ ਦਾ ਨਾਰਾ ਮਾਰ ਦਿੱਤਾ। ਅਨਲ ਹੱਕ ਦਾ ਮਤਲਬ ਹੁੰਦਾ ਮੈਂ ਹੀ ਰੱਬ ਹਾਂ, ਕਿਉਂਕਿ ਉਹਨਾਂ ਹਾਲਾਂਕਿ ਇਹ ਹੰਕਾਰ ਵਾਲੀ ਅਵਸਥਾ ਨਹੀਂ ਗੀ, ਉਹਨਾਂ ਦੀ ਅਵਸਥਾ ਹੀ ਐਵੇਂ ਦੀ ਹੋ ਗਈ। ਮਨਸੂਰ ਨਾਮ ਦਾ ਇੱਕ ਸੂਫੀ ਕਵੀ ਹੋਇਆ, ਉਹਨੇ ਅਨਲ ਹੱਕ ਦਾ ਨਾਰਾ ਦੇਤਾ ਸੀ। ਉਹ ਕਹਿੰਦਾ ਜੀ ਮੈਂ ਹੀ ਰੱਬ ਹਾਂ, ਉਹਨੂੰ ਫਾਂਸੀ 'ਤੇ ਚੜਾਤਾ ਸੀ। ਇੱਥੇ ਫਨਾ, ਇੱਛਾਵਾਂ ਦੀ ਸਮਾਪਤੀ ਹੋ ਗਈ ਉਹਦੀ। ਵਾਦੀਏ ਫਨਾ, ਰੱਬ ਨਾਲ ਇੱਕਮਿਕਤਾ ਦੀ ਅਵਸਥਾ ਸੀਗੀ ਇਹ ਉਹਦੀ। ਹੁਣ ਅੱਗੇ ਹੈ ਜੀ, ਦੇਖੋ ਤਸੱਵੁਫ ਜਾਂ ਸੂਫੀ ਮਤ। ਹੁਣ ਮੈਂ ਦੋਵੇਂ ਸ਼ਬਦ ਯੂਜ ਕਰਨ ਲੱਗ ਗਿਆ। ਮੈਂ ਕਿਹਾ ਚਲੋ ਤੁਹਾਨੂੰ ਥੋੜ੍ਹਾ ਜਿਹਾ ਹੋ ਜਾਏ ਹੈ ਨਾ ਵੀ ਸੂਫੀ ਮਤ ਤਸੱਵੁਫ ਨੂੰ ਹੀ ਕਹਿੰਦੇ ਆ। ਜਿਹੜੇ ਸੂਫੀਆਂ ਦੇ ਰਹੱਸਵਾਦ ਆ ਉਹਨੂੰ ਆਪਾਂ ਤਸੱਵੁਫ ਕਹਿ ਦਿੰਦੇ ਹਾਂ ਜਾਂ ਸੂਫੀ ਮਤ। ਵਿੱਚ ਅਧਿਆਤਮਿਕ ਜਾਂ ਆਤਮਿਕ ਵਿਕਾਸ ਦੇ 4 ਪੜਾਅ ਹਨ। ਤਸੱਵੁਫ ਜਾਂ ਸੂਫੀ ਮਤ ਦੇ ਵਿੱਚ ਅਧਿਆਤਮਿਕ ਜਾਂ ਆਤਮਿਕ ਵਿਕਾਸ ਦੇ ਕਿੰਨੇ ਪੜਾਅ ਹੈ ਜੀ? 4 ਪੜਾਅ ਵਾ। ਉਹ ਕਹਿੰਦੇ ਜੀ ਮਨੁੱਖ ਦੀ ਜਿਹੜੀ ਅਧਿਆਤਮਿਕ ਯਾਤਰਾ ਉਹ 4 ਜਿਹੜੀ ਹੈਗੀ ਆ ਵਿਕਾਸ ਦੇ ਵਿੱਚੋਂ ਲੰਘਦੀ ਹੈ। ਸ਼ਰੀਅਤ, ਤਰੀਕਤ, ਮਾਰਫਤ, ਹਕੀਕਤ। 4 ਨਾਮ ਸੁਣੇ ਹੋਣਗੇ। ਲਓ ਇੱਥੇ ਵੀ ਆ ਗਏ। ਮੈਂ ਤੁਹਾਨੂੰ ਕਿਹਾ ਵੀ ਮੈਂ ਉਹ ਗੱਲਾਂ ਤੁਹਾਡੀਆਂ ਇੰਪੋਰਟੈਂਟ ਇੱਕ ਵਾਰੀ ਕਰਵਾ ਦੂੰਗਾ ਨਾ ਆਹ ਟੌਪਿਕ ਦੇ ਵਿੱਚ। ਸੂਫੀ ਕਾਵਿ ਪੜ੍ਹਨ ਦਾ ਨਜ਼ਾਰਾ ਆ ਜਾਊਗਾ। ਸੂਫੀ ਕਾਵਿ ਤੁਸੀਂ ਜਦੋਂ ਮੈਂ ਤੁਹਾਨੂੰ ਬਾਬਾ ਫਰੀਦ ਤੇ ਜਦੋਂ ਸ਼ਾਹ ਹੁਸੈਨ ਜਦੋਂ ਇਹ ਆਪਾਂ ਪੜ੍ਹੇ ਨਾ, ਜਦੋਂ ਵਧੀਆ ਕੰਪੈਰੀਜ਼ਨ ਕਰਕੇ ਫਿਰ ਓਏ ਹੋਏ ਹੋਏ ਕਿਆ ਬਾਤ ਹੋ ਜਾਣੀ ਹੈ। ਹਾਂਜੀ, ਸ਼ਰੀਅਤ ਦਾ ਕਿਹਾ ਜਾਂਦਾ ਨਾਸੂਤ। ਸ਼ਰੀਅਤ ਦਾ ਦੂਸਰਾ ਅਰਥ ਹੈ, ਵੈਸੇ ਪ੍ਰਚਲਨ ਦੇ ਵਿੱਚ ਹੈਗੇ ਆ ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ। ਕਹਿੰਦੇ ਜੀ ਇੱਕ ਸੂਫੀ ਕਵੀ ਸ਼ਰੀਅਤ ਤੋਂ ਆਪਣੀ ਯਾਤਰਾ ਸ਼ੁਰੂ ਕਰਦਾ ਹੈ ਤੇ ਹਕੀਕਤ 'ਤੇ ਆਣ ਕੇ ਉਸ ਦੀ ਯਾਤਰਾ ਖਤਮ ਹੁੰਦੀ ਹੈ। ਅੱਛਾ ਜੀ, ਠੀਕ ਹੈ, ਫਿਰ ਆਪਾਂ ਇਹਨਾਂ ਦੇ ਬਾਰੇ ਜਾਣੀਏ ਤਾਂ ਸਹੀ। ਸ਼ਰੀਅਤ ਜਾਂ ਨਾਸੂਤ। ਸ਼ਰੀਅਤ ਦਾ ਦੂਸਰਾ ਮਤਲਬ ਨਾਸੂਤ। ਇਸ ਨੂੰ ਕਿਹਾ ਜਾਂਦਾ ਸ਼ਰੀਅਤ ਦਾ ਸ਼ਾਬਦਿਕ ਅਰਥ, ਇਸ ਨੂੰ ਇਸਲਾਮੀ ਕਾਨੂੰਨ ਜਾਂ ਰੱਬੀ ਹੁਕਮ ਆਖਿਆ ਜਾਂਦਾ। ਹਾਕਮ ਲਿਖਤਾ ਹੋਏ, ਇਹਨੂੰ ਹੁਕਮ ਕਰ ਲਿਓ, PDF ਕਢਾ ਕੇ ਨਾ ਇਹਦੇ ਥੱਲੇ ਉਹ ਜਿਹੜੀ ਔਂਕੜ ਵਾਲੀ ਇੱਕ ਮਾਤਰਾ ਲਾ ਲਿਓ। ਰੱਬੀ ਹੁਕਮ ਜਾਂ ਕਾਨੂੰਨ, ਇਸਲਾਮ ਧਰਮ ਦੇ ਜਿਸ ਪੁਸਤਕ ਦੇ ਵਿੱਚ ਕਾਨੂੰਨ ਹਨ ਉਹਨੂੰ ਆਪਾਂ ਕਹਿ ਦਿੰਦੇ ਹਾਂ ਰੱਬੀ ਹੁਕਮ ਜਾਂ ਇਸਲਾਮੀ ਕਾਨੂੰਨ, ਜਿਸ ਦਾ ਨਾਮ ਸ਼ਰੀਅਤ। ਇਹ ਰੱਬ ਦੀ ਪ੍ਰਾਪਤੀ ਦਾ ਪਹਿਲਾ ਪੜਾਅ ਹੈ। ਪਹਿਲਾ ਹੈ ਜੀ ਕਿਹੜਾ? ਸ਼ਰੀਅਤ ਦੀ ਦ੍ਰਿਸ਼ਟੀ ਹੈਗੀ ਹੈ ਜੀ ਆਦਰਸ਼ਵਾਦ। ਆਦਰਸ਼ਵਾਦੀ ਵਿਚਾਰਧਾਰਾ ਦਾ ਮਤਲਬ ਕੀ ਹੈ ਕਿ ਆਪਣਾ ਜੀਵਨ ਕਾਨੂੰਨਾਂ ਦੇ ਆਧਾਰ 'ਤੇ ਚਲਾਉਣਾ। ਆਦਰਸ਼ਵਾਦ ਇਸੇ ਨੂੰ ਹੀ ਕਹਿੰਦੇ ਆ ਵੀ ਇੱਕ ਆਦਰਸ਼ ਜੀਵਨ ਜਿਉਣਾ। ਵਿਵਹਾਰਿਕ ਜੀਵਨ ਅਲੱਗ ਚੀਜ਼ ਹੈ, ਆਦਰਸ਼ ਜੀਵਨ ਅਲੱਗ ਚੀਜ਼ ਹੁੰਦਾ, ਸਿਧਾਂਤਿਕ ਜੀਵਨ ਅਲੱਗ ਚੀਜ਼ ਹੁੰਦਾ। ਹੁਣ ਇਹ ਹੈ ਜਿਹੜਾ, ਜੇ ਆਪਾਂ ਇਸ ਨੂੰ ਆਪਣੀ ਭਾਸ਼ਾ ਦੇ ਵਿੱਚ ਸਮਝਣਾ ਹੋਵੇ ਤਾਂ ਸ਼ਰੀਅਤ ਦਾ ਮਤਲਬ ਹੈ ਜੀ ਆਦਰਸ਼ਵਾਦ। ਕਿਉਂਕਿ ਆਦਰਸ਼ਵਾਦ ਦੇਖੋ ਜੀ ਕਿਵੇਂ, ਜਿਹੜਾ ਸ਼ਰੀਅਤ ਦੇ ਵਿੱਚ ਹੋਊਗਾ, ਸਭ ਤੋਂ ਪਹਿਲਾਂ ਸੂਫੀ ਕਵੀ ਜਦੋਂ ਸ਼ਰੀਅਤ ਦੇ ਵਿੱਚ ਪ੍ਰਵੇਸ਼ ਕਰੂਗਾ, ਸਭ ਤੋਂ ਪਹਿਲਾ ਪੜਾਅ ਉਹਦਾ ਹੋਊਗਾ ਸ਼ਰੀਅਤ। ਕਿਉਂਕਿ ਉਹਦਾ ਆਖਰੀ ਉਹਦਾ ਹੈਗਾ ਫਨਾ, ਵੀ ਆਖਰ ਦੇ ਵਿੱਚ ਉਹਨੇ ਕੀ ਹੋ ਜਾਣਾ? ਰੱਬ ਦੇ ਵਿੱਚ ਫਨਾ ਹੋ ਜਾਣਾ, ਰੱਬ ਨਾਲ ਇੱਕਮਿਕ ਹੋ ਜਾਣਾ। ਉੱਥੇ ਉਹ ਆਪਣੇ ਸਾਲਿਕ ਤੇ ਸਾਧਕ ਦੋਨਾਂ ਦਾ ਮਤਲਬ ਪਰਮਾਤਮਾ ਤੇ ਜੀਵ ਦਾ ਦੋਨਾਂ ਦਾ ਕੋਈ ਫਰਕ ਨਹੀਂ ਰਹਿ ਜਾਣਾ। ਹੁਣ ਦੇਖੋ ਜੀ ਕਿਵੇਂ। ਅੱਛਾ ਅੱਗੇ ਦੇਖੋ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਕਰਦਾ ਸੂਫੀ ਕਵੀ? ਕਲਮੇ ਉੱਤੇ ਯਕੀਨ, 5 ਵਕਤ ਨਮਾਜ਼ ਪੜ੍ਹਨਾ, ਰੋਜ਼ੇ ਰੱਖਣਾ, ਜ਼ਕਾਤ ਦੇਣਾ, ਹੱਜ ਕਰਨਾ ਤੇ ਕਲਾਮ ਪੜ੍ਹਨਾ, ਜਿਹੜਾ ਇਸਲਾਮੀ ਮੂਲ ਮੰਤਰ ਜਿਹਨੂੰ ਆਪਾਂ ਕਿਹਾ ਜਾਂਦਾ ਕਲਾਮ। ਇਸ ਵਿੱਚ ਇਸਲਾਮ ਦੇ ਧਾਰਮਿਕ ਵਿਧੀ ਵਿਧਾਨ ਦਾ ਪਾਲਣ ਕੀਤਾ ਜਾਂਦਾ ਹੈ। ਸ਼ਰੀਅਤ ਦੇ ਵਿੱਚ ਕੀ ਕੀਤਾ ਜਾਂਦਾ ਹੈ? ਦੇਖੋ ਜੀ, ਇਸਲਾਮ ਧਰਮ ਦੇ ਨਾਲ ਸੰਬੰਧਿਤ ਜਿਹੜੀ ਪਵਿੱਤਰ ਜਿਹੜਾ ਗ੍ਰੰਥ ਹੈ ਉਹ ਹੈਗਾ ਜੀ ਕੁਰਾਨ। ਉਹਦੇ ਵਿੱਚ ਇਸਲਾਮ ਧਰਮ ਸੰਬੰਧੀ ਨਿਯਮ ਲਿਖੇ ਹੋਏ ਹਨ।
ਜਿਹੜਾ ਪਵਿੱਤਰ ਪਾਵਨ ਗ੍ਰੰਥ ਹੈ ਇਸਲਾਮ ਧਰਮ ਨਾਲ ਸੰਬੰਧਿਤ, ਉਹ ਕੁਰਾਨ ਹੈ। ਇਹ ਇੱਕ ਹੋਰ ਵੀ ਆਉਂਦਾ ਜੀ, ਇੱਕ ਤਾਂ ਹੋਰ ਧਾਰਮਿਕ ਗ੍ਰੰਥ ਜਿਹੜੇ ਬਾਕੀ ਜਿਹੜੇ ਮਤਲਬ ਜਿਹੜੇ ਕੁਰਾਨ ਤੋਂ ਬਾਹਰ ਨੇ ਅਤੇ ਉਹਨਾਂ ਦੇ ਵਿੱਚ ਵੀ ਇਸਲਾਮ ਧਰਮ ਨੂੰ ਜਿਉਣ ਦੇ, ਇਸਲਾਮ ਧਰਮ ਦੇ ਵਿੱਚ ਜਿਹੜੇ ਉਹਨਾਂ ਦੇ ਸੰਬੰਧੀ ਨਿਯਮ ਲਿਖੇ ਹੋਏ ਆ, ਉਹਨੂੰ ਕਿਹਾ ਜਾਂਦਾ ਹੈ ਹਦੀਸਾਂ। ਕੁਰਾਨ ਅਤੇ ਹਦੀਸਾਂ ਇਹ ਦੋ ਚੀਜ਼ਾਂ ਹੈ। ਜਦੋਂ ਇੱਕ ਸੂਫੀ ਕਵੀ, ਜਦੋਂ ਇੱਕ ਸੂਫੀ ਸਾਧਕ ਇਹਨਾਂ ਦੋ ਚੀਜ਼ਾਂ ਦੀ ਪਾਲਣਾ ਕਰਦਾ ਹੈ, ਕੁਰਾਨ ਹਦੀਸਾਂ, ਕੁਰਾਨ ਹਦੀਸਾਂ। ਕੁਰਾਨ ਹੈ ਜਿਹੜੀ ਉਹ ਹੋ ਗਈ ਇਸਲਾਮ ਦਾ ਧਾਰਮਿਕ ਗ੍ਰੰਥ ਹੋ ਗਿਆ ਮੁਸਲਮਾਨਾਂ ਦਾ, ਅਤੇ ਕੁਰਾਨ ਹਦੀਸਾਂ ਜਿਹੜੀ ਉਹ ਕੁਰਾਨ ਤੋਂ ਬਾਹਰ ਦੀ ਵੀ ਜਿਹੜੀ ਰਚਨਾ ਹੈ ਉਹਨੂੰ ਕਿਹਾ ਜਾਂਦਾ ਹੈ ਹਦੀਸਾਂ। ਉਹ ਵੱਖ-ਵੱਖ ਜਿਵੇਂ ਜਿਵੇਂ ਮਤਲਬ ਸਾਧਕ ਹੋਏ ਆ ਇਸਲਾਮ ਧਰਮ ਦੇ, ਉਹਨਾਂ ਨੇ ਲਿਖੀਆਂ ਹਦੀਸਾਂ। ਵੱਖ-ਵੱਖ ਮਤਲਬ ਇੱਕ ਤਰ੍ਹਾਂ ਦੇ ਰਹਿਤਨਾਮੇ ਮੰਨ ਲਓ, ਜਿਵੇਂ ਆਪਣੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਵੇਲੇ ਜਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਹੁਤ ਸਾਰੇ ਰਹਿਤਨਾਮੇ, ਰਹਿਤਨਾਮਾ ਭਾਈ ਦੇਸ਼ਾ ਸਿੰਘ, ਰਹਿਤਨਾਮਾ ਭਾਈ ਚੋਪਾ ਸਿੰਘ, ਇਸ ਤਰ੍ਹਾਂ ਕਰਕੇ ਜਿਹੜੇ ਇਹ ਰਹਿਤਨਾਮੇ ਲਿਖੇ ਗਏ, ਇਹ ਮਤਲਬ ਇੱਕ ਕੀ ਹੈ ਵੀ ਤੁਸੀਂ ਇਹਨੂੰ ਇਸਲਾਮ ਧਰਮ ਦੇ ਵਿੱਚ ਹਦੀਸਾਂ ਕਹਿ ਲਓ। ਹਦੀਸਾਂ ਇਹ ਪਹਿਲਾ ਪੜਾਅ ਜੀ। ਇਹਦੇ ਵਿੱਚ ਕੀ ਕਰੂਗਾ ਇੱਕ ਮਤਲਬ ਇੱਕ ਜਿਹੜਾ ਸੂਫੀ ਸਾਧਕ ਹੈ, ਜਿਹੜਾ ਸੂਫੀ ਇੱਕ ਸੂਫੀ ਹੈ ਜਿਹੜਾ, ਉਹ ਕੀ ਕਰੂਗਾ ਇਹਦੇ ਵਿੱਚ ਕਲਮੇ ਉੱਤੇ ਯਕੀਨ। ਮੁਸਲਮਾਨ ਤੁਹਾਨੂੰ ਪਤਾ ਕਲਮਾ ਪੜ੍ਹਦੇ ਆ, ਹੈ ਨਾ, ਕਲਮਾ ਪੜ੍ਹਦੇ ਆ। ਕਲਮਾ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਲਾ ਇਲਾ ਇਲ ਇਲਾ ਮੁਹੰਮਦ ਰਸੂਲ ਅੱਲਾ। ਜਿਹੜਾ ਉਹ ਕਲਾਮ ਪੜ੍ਹਦੇ ਆ ਇੱਕ ਪੰਕਤੀ ਜਿਹੜਾ ਲਾ ਇਲਾ ਇਲ ਇਲਾ ਮੁਹੰਮਦ ਰਸੂਲ ਅੱਲਾ, ਵੀ ਪਰਮਾਤਮਾ ਜਿਹੜਾ ਉਹ ਇੱਕ ਹੀ ਹੈ ਅਤੇ ਜਿਹੜਾ ਮੁਹੰਮਦ ਸਾਹਿਬ ਆ ਉਹ ਉਸ ਦਾ ਪੈਗੰਬਰ ਹੈ। ਇਹਦਾ ਅਰਥ ਹੀ ਬਣਦਾ। ਅਤੇ ਹੁਣ ਦੇਖੋ ਜੀ, ਕਲਮਾ, ਕਲਾਮ ਨਹੀਂ ਕਲਮਾ, ਇੱਥੇ ਲਿਖਣਾ ਸੀ ਕਲਮਾ, ਇਹਨੂੰ ਵੀ ਸਹੀ ਕਰ ਲਿਓ, ਰਿਕਵੈਸਟ ਆ ਤੁਹਾਡੇ ਅੱਗੇ, ਸਹੀ ਕਰ ਲਿਓ। ਕਲਮਾ, ਕਲਮਾ ਹੈਗਾ ਜੀ ਇਸਲਾਮੀ ਮੂਲ ਮੰਤਰ। ਜਿਵੇਂ ਆਪਣੇ ਮੂਲ ਮੰਤਰ ਦੇ ਰੱਖਿਆ ਜਪਜੀ ਸਾਹਿਬ ਦੇ ਵਿੱਚ ਸ਼ੁਰੂ ਦੇ ਵਿੱਚ ਆਉਂਦਾ ਮੂਲ ਮੰਤਰ, ਅਤੇ ਉਵੇਂ ਹੀ ਇੱਕ ਇਸਲਾਮੀ ਮੂਲ ਮੰਤਰ ਹੈ ਉਹ ਹੈਗਾ ਜੀ ਕਲਮਾ, ਜਿਹਨੂੰ ਕਿਹਾ ਜਾਂਦਾ ਹੈ। ਅਤੇ ਜਿਹੜਾ ਹੈਗਾ ਜੀ ਲਾ ਇਲਾ ਇਲ ਇਲਾ ਮੁਹੰਮਦ ਰਸੂਲ ਅੱਲਾ। ਇਸ ਵਿੱਚ ਇਸਲਾਮ ਦੇ ਅੱਲਾ ਵਰਗਾ ਦੂਸਰਾ ਕੋਈ ਨਹੀਂ। ਇਸ ਵਿੱਚ ਇਸਲਾਮ ਦੇ ਧਾਰਮਿਕ ਵਿਧੀ ਵਿਧਾਨ ਦਾ ਪਾਲਣ ਕੀਤਾ ਜਾਂਦਾ। ਕਲਮੇ ਉੱਤੇ ਯਕੀਨ ਕਰਦਾ ਹੈ ਜੀ ਇੱਕ ਸੂਫੀ ਕਵੀ। ਉਸ ਤੋਂ ਬਾਅਦ 5 ਵਕਤ ਦੀ ਨਮਾਜ਼ ਪੜ੍ਹਦਾ ਹੈ। 5 ਵਕਤ ਦੀ ਨਮਾਜ਼ ਦਾ ਅੱਗੇ ਜ਼ਿਕਰ ਆ ਜਾਊਗਾ ਵੀ 5 ਵਕਤ ਦੀ ਨਮਾਜ਼ ਕਿਹੜੇ ਕਿਹੜੇ ਸਮੇਂ ਅਤੇ ਉਹਦੇ ਨਾਮ ਕੀ ਹੈ। 5 ਸਮੇਂ ਨਮਾਜ਼ ਪੜ੍ਹਦਾ ਹੈ, ਰੋਜ਼ੇ ਰੱਖਦਾ ਇੱਕ ਮੁਸਲਮਾਨ ਜਿਹੜਾ। ਇਹ ਵੇਖ ਲਓ, ਇਹ ਆਦਰਸ਼ਵਾਦੀ ਜੀਵਨ ਇਹਨੂੰ ਕਿਹਾ ਜਾਂਦਾ। ਇਹ ਵੇਖ ਲਓ, ਇਹਦੇ ਵਿੱਚ ਜਿੰਨੇ ਨਿਯਮ ਆ, ਇਸਲਾਮੀ ਕਾਨੂੰਨ ਜਾਂ ਰੱਬੀ ਹੁਕਮ ਆ ਜਿਹੜੇ, ਉਹ ਸਾਰੇ ਸ਼ਰੀਅਤ ਦੇ ਵਿੱਚ ਉਹਨਾਂ ਦੀ ਪਾਲਣਾ ਕੀਤੀ ਜਾਂਦੀ ਹੈ। ਸਮਝ ਗਏ ਹੋਵੋਗੇ ਗੱਲ। ਪਹਿਲੇ ਪੜਾਵ ਦੇ ਵਿੱਚ ਇੱਕ ਸੂਫੀ ਹੈ ਜਿਹੜਾ, ਸੂਫੀ ਸਾਧਕ ਹੈ ਜਿਹੜਾ, ਉਹ ਕੀ ਕਰਦਾ ਹੈ ਜੀ, ਇਸਲਾਮ ਧਰਮ ਦੇ ਨਾਲ ਸੰਬੰਧਿਤ ਕਾਨੂੰਨਾਂ ਦੀ ਪਾਲਣਾ ਕਰਦਾ ਹੈ, ਜਿਹਨੂੰ ਕਿਹਾ ਜਾਂਦਾ ਹੈ ਸ਼ਰੀਅਤ। 5 ਵਕਤ ਦੀ ਨਮਾਜ਼ ਪੜ੍ਹਨਾ ਜ਼ਰੂਰੀ ਹੈ ਜੀ। ਰੋਜ਼ੇ ਰੱਖਣੇ, ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਰੱਖਦੇ ਆ ਲੋਕ ਮੁਸਲਮਾਨ ਸਾਡੇ ਜਿਹੜੇ। ਜ਼ਕਾਤ ਦੇਣਾ, ਜ਼ਕਾਤ ਮਤਲਬ ਦਾਨ ਦੇਣਾ। ਹੱਜ ਕਰਨਾ, ਯਾਤਰਾ ਕਰਨਾ, ਵੀ ਇੱਕ ਜ਼ਿੰਦਗੀ 'ਚ ਘੱਟ ਤੋਂ ਘੱਟ ਇੱਕ ਵਾਰੀ ਮੱਕਾ ਮਦੀਨਾ ਮੱਕੇ ਦੀ ਯਾਤਰਾ ਜਿਹੜੀ ਉਹ ਜ਼ਰੂਰੀ ਹੈ ਕਰਨੀ। ਇਸ ਵਿੱਚ ਇਸਲਾਮ ਦੇ ਧਾਰਮਿਕ ਵਿਧੀ ਵਿਧਾਨ ਦਾ ਪੂਰਾ ਪਾਲਣ ਕੀਤਾ ਜਾਂਦਾ ਹੈ ਜੀ। ਜੋ ਵੀ ਕੁਰਾਨ ਅਤੇ ਹਦੀਸਾਂ ਦੇ ਵਿੱਚ ਲਿਖਿਆ ਹੋਇਆ ਉਹਦਾ ਪਾਲਣ ਕਰਦੇ ਆ, ਅਤੇ ਉਹਦਾ ਨਾਮ ਲਿਖਦਾ ਜੀ ਸ਼ਰੀਅਤ। ਆ ਜੋ ਤਰੀਕਤ 'ਤੇ ਇਹ ਵੀ ਆਪਾਂ ਦੇਖਾਂਗੇ ਵੀ ਪੰਜਾਬੀ ਦਾ ਕਿਹੜਾ ਕਵੀ ਹੈ ਜਿਹੜਾ ਸ਼ਰੀਅਤ ਦੀ ਗੱਲ ਕਰਦਾ, ਕਿਹੜਾ ਕਵੀ ਹੈ ਜਿਹੜਾ ਤਰੀਕਤ ਦੀ ਗੱਲ ਕਰਦਾ ਹੈ, ਕਿਹੜਾ ਕਵੀ ਹੈ ਜਿਹੜਾ ਇਹਨਾਂ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਬਾਬਾ ਫਰੀਦ ਨਵਾਜ਼ ਦੀ ਗੱਲ ਕਰਦਾ ਹੈ ਕਿ ਨਹੀਂ। ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਕਿਉਂ ਬਾਬਾ ਫਰੀਦ ਕਹਿੰਦਾ ਨਮਾਜ਼ ਪੜ੍ਹਨ ਤੋਂ ਪਹਿਲਾਂ ਸਾਡੇ ਮੁਸਲਮਾਨ ਲੋਕ ਹੈ ਜਿਹੜੇ ਉਹ ਉਜੂ ਜਾਂ ਵਜੂ ਕਰਦੇ ਆ, ਹੈ ਨਾ, ਜਿਹਨੂੰ ਆਪਾਂ 5 ਇਸ਼ਨਾਨਾ ਕਹਿ ਦਿੰਦੇ ਹਾਂ। ਹਾਂ, ਹੁਣ ਤੁਹਾਨੂੰ ਸਮਝ ਆ ਰਹੀ ਹੈ। ਬਾਬਾ ਫਰੀਦ ਹੋ ਗਿਆ ਨਾ ਸ਼ਰੀਅਤ ਦਾ ਕਵੀ। ਕਰਾਂਗੇ ਅੱਗੇ ਗੱਲ, ਆਪਾਂ ਕਰਾਂਗੇ ਬਾਬਾ ਫਰੀਦ ਜਦੋਂ ਪੜ੍ਹਾਂਗੇ। ਹਾਂਜੀ, ਤਰੀਕਤ ਦੀ ਗੱਲ। ਤਰੀਕਤ ਦਾ ਮਤਲਬ ਹੈ ਮਲਕੂਤ। ਮਲਕੂਤ ਦਾ ਮਤਲਬ ਹੈ ਤਰੀਕਤ। ਤਰੀਕਤ ਹੈ ਕੀ ਚੀਜ਼ ਆ ਜਦੋਂ ਆਪਾਂ ਇਹ ਗੱਲਾਂ ਕਲੀਅਰ ਕਰਾਂਗੇ ਤੇ ਫਿਰ ਆਪਾਂ ਨੂੰ ਪਤਾ ਲੱਗ ਜੂਗਾ ਜੀ। ਅੱਛਾ, ਹੁਣ ਆ ਗਿਆ ਜੀ ਤਰੀਕਤ ਦੇ ਵਿੱਚ ਸਭ ਤੋਂ ਮਹੱਤਵ ਹੈਗਾ ਜੀ ਮੁਰਸ਼ਦ ਦਾ, ਗੁਰੂ ਦਾ। ਮੁਰਸ਼ਦ ਸੂਫੀ ਦੇ ਅਨੁਸਾਰ, ਸੂਫੀਆਂ ਦੀ ਭਾਸ਼ਾ ਦੇ ਵਿੱਚ ਮੁਰਸ਼ਦ, ਅਤੇ ਸਾਡੀ ਭਾਸ਼ਾ ਦੇ ਵਿੱਚ ਗੁਰੂ ਜੀ। ਹਾਂ, ਮੁਰਸ਼ਦ ਦੇ ਦੱਸੇ ਮਾਰਗ ਉੱਤੇ ਪ੍ਰਾਪਤੀ ਲਈ ਤੁਰਨਾ। ਮੁਰਸ਼ਦ ਦਾ ਮਤਲਬ ਲਿਖਦਾ ਜੀ ਗੁਰੂ, ਅਤੇ ਮੁਰੀਦ ਦਾ ਮਤਲਬ ਹੁੰਦਾ ਹੈ ਜੀ ਚੇਲਾ। ਮੁਰਸ਼ਦ ਅਤੇ ਮੁਰੀਦ, ਜਿਵੇਂ ਗੁਰੂ ਚੇਲੇ ਦੀ ਪਰੰਪਰਾ, ਉਵੇਂ ਸੂਫੀਆਂ ਦੇ ਵਿੱਚ ਮੁਰਸ਼ਦ ਅਤੇ ਮੁਰੀਦ ਦੀ ਪਰੰਪਰਾ ਹੈ।
हाँ जी, अगे देखते हैं जी ਆਪਾਂ ਮੁਰਸ਼ਦ ਦੇ ਦੱਸੇ ਮਾਰਗ ਤੇ ਪਹਿਲੇ ਦੇ ਵਿੱਚ ਕੀ ਹੈ, ਜਿਹੜਾ ਸ਼ਰੀਅਤ ਆ ਉਹਦੇ ਵਿੱਚ ਇੱਕ ਜਿਹੜਾ ਸੂਫੀ ਸਾਧਕ ਹੈ ਉਹ ਸ਼ਰੀਅਤ ਦੇ ਮਾਰਗ ਉੱਤੇ ਚੱਲਦਾ ਹੈ। ਸ਼ਰੀਅਤ ਦਾ ਮਤਲਬ ਵੀ ਇਸਲਾਮ ਧਰਮ ਦੇ ਨਾਲ ਸੰਬੰਧਿਤ ਜਿਹੜੇ ਕਾਨੂੰਨ ਨਿਰਧਾਰਿਤ ਕੀਤੇ ਆ ਉਹਨਾਂ ਦੇ ਉੱਪਰ ਚੱਲਦਾ ਹੈ। ਜਿਹੜੇ ਕਾਨੂੰਨ ਮੈਂ ਥੋੜ੍ਹੇ ਜਿਹੇ ਲਿਖੇ ਸੀ ਵੀ ਉਹ 5 ਵਕਤ ਦੀ ਨਮਾਜ਼ ਪੜ੍ਹਦਾ ਹੈ ਨਾ, ਜਿਵੇਂ ਜਿਵੇਂ ਮੈਂ ਲਿਖੇ ਸੀ ਆ ਦੇਖ ਲਓ, ਕਲਮੇ ਉੱਤੇ ਯਕੀਨ ਕਰਦਾ, ਰੋਜ਼ੇ ਰੱਖਦਾ, ਜ਼ਕਾਤ ਦਿੰਦਾ, ਹੱਜ ਕਰਦਾ। ਅੱਛਾ ਅੱਗੇ ਦੇਖ ਲਓ, ਤਰੀਕਤ ਮਲਕੂਤ ਮੁਰਸ਼ਦ ਦੇ ਦੱਸੇ ਮਾਰਗ ਉੱਤੇ, ਮੁਰਸ਼ਦ ਦਾ ਮੈਂ ਸ਼ਾਬਦਿਕ ਅਰਥ ਲਿਖਤਾ ਗੁਰੂ ਤੇ ਮੁਰੀਦ ਦਾ ਵੀ ਨਾਲ ਹੀ ਲਿਖਤਾ ਚੇਲਾ। ਹੁਣ ਮੁਰੀਦ ਸ਼ਬਦ ਜਿੱਥੇ ਵੀ ਆ ਜਾਏ ਉਹਦਾ ਸਮਝ ਲਓ ਵੀ ਅਰਥ ਚੇਲਾ। ਸੂਫੀ ਮੱਤ ਵਿੱਚ ਇੰਪੋਰਟੈਂਟ ਨੋਟ ਗੱਲ, ਸੂਫੀ ਮੱਤ ਵਿੱਚ ਮੁਰਸ਼ਦ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ। ਮੁਰਸ਼ਦ ਨੂੰ ਸਭ ਤੋਂ ਉੱਚਾ ਸਥਾਨ ਹੈ। ਬੁੱਲੇ ਸ਼ਾਹ ਦੀਆਂ ਕਾਫੀਆਂ ਦੇ ਵਿੱਚ ਦੇਖਾਂਗੇ ਆਪਾਂ, ਬੁੱਲੇ ਸ਼ਾਹ ਨੇ ਆਪਣੇ ਬੁੱਲੇ ਸ਼ਾਹ ਤਾਂ ਆਪਣੇ ਮੁਰਸ਼ਦ ਦਾ ਰੁੱਸ ਤੇ ਉਹਨੂੰ ਨੱਚ ਕੇ ਮਨਾ ਕਿੰਨਾ ਕੁਛ ਪੜ੍ਹਾਂਗੇ ਆਪਾਂ, ਹੈ ਨਾ। ਸੂਫੀ ਚਿੰਤਨ ਵਿੱਚ ਸਾਲਿਕ ਜਾਂ ਸਾਧਕ ਅਤੇ ਖੁਦਾ ਦੇ ਆਪਸੀ ਸੰਬੰਧਾਂ ਨੂੰ ਅਭਿਵਿਅਕਤ ਕਰਨ ਵਾਲਾ ਮੁਰਸ਼ਦ ਹੈ। ਜਿਵੇਂ ਸਮਝ ਲਓ ਵਿਚੋਲਾ ਹੈ ਨਾ, ਮਤਲਬ ਇੱਥੇ ਲਿਖਿਆ ਮੈਂ ਸਾਲਿਕ ਜਾਂ ਸਾਧਕ ਹੈ ਵੀ ਜਿਹੜਾ ਸਾਧਨਾ ਕਰਨ ਵਾਲਾ ਹੈ, ਜਿਹੜਾ ਸੂਫੀ ਮਾਰਗ ਉੱਤੇ ਚੱਲਣ ਵਾਲਾ ਹੈ, ਉਹਨੂੰ ਕਿਹਾ ਜਾਂਦਾ ਸਾਲਿਕ ਜਾਂ ਸਾਧਕ। ਸ਼ਬਦਾਵਲੀ ਹੈ, ਸ਼ਬਦਾਵਲੀ ਚੇਤੇ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਪੇਪਰ ਸਧਾਰਨ ਨਹੀਂ ਹੈ, ਇਹ ਪੇਪਰ ਜ਼ਿੰਦਗੀ ਦਾ ਸਵਾਲ ਹੈ। ਇਸ ਕਰਕੇ ਸਾਲਿਕ ਅਤੇ ਸਾਲਿਕ ਜਾਂ ਸਾਧਕ ਇੱਕੋ ਹੀ ਗੱਲ। ਸੂਫੀ ਚਿੰਤਨ ਵਿੱਚ ਸਾਲਿਕ ਜਾਂ ਸਾਧਕ ਅਤੇ ਖੁਦਾ ਦੇ ਮਨੁੱਖ, ਜਿਵੇਂ ਆਪਾਂ ਸਮਝੀਏ ਮਨੁੱਖ ਅਤੇ ਬੰਦੇ ਦੇ ਆਪਸੀ ਸੰਬੰਧਾਂ ਨੂੰ ਦਰਸਾਉਣ ਵਾਲਾ, ਆਪਸੀ ਸੰਬੰਧਾਂ ਨੂੰ ਅਭਿਵਿਅਕਤ ਕਰਨ ਵਾਲਾ ਹੈਗਾ ਜੀ ਕੌਣ? ਮੁਰਸ਼ਦ, ਗੁਰੂ। ਮੁਰਸ਼ਦ ਨੂੰ ਇਹ ਸਮਝ ਲਓ ਵੀ ਪੁਲ ਹੈ, ਇੱਕ ਪਾਸੇ ਰੱਬ ਖੜਾ, ਦੂਜੇ ਪਾਸੇ ਬੰਦਾ, ਤੇ ਵਿੱਚ ਪੁਲ ਕੌਣ ਹੈ? ਮੁਰਸ਼ਦ, ਗੁਰੂ। ਆ ਗਈ ਸਮਝ ਤੁਹਾਨੂੰ? ਹਾਂਜੀ। ਫਕੀਰੀ, ਤੌਬਾ, ਤਵੱਕਲ ਦਾ ਮਤਲਬ ਹੁੰਦਾ ਭਰੋਸਾ, ਉਹਨੂੰ ਸਹੀ ਕਰ ਲਿਓ, ਪੂਰਾ ਸਹਿ ਬਣਾ ਲਿਓ, ਭਰੋਸਾ, ਤਵੱਕਲ, ਭਰੋਸਾ। ਜ਼ਿਕਰ ਦਾ ਮਤਲਬ ਹੁੰਦਾ ਰੱਬੀ ਸਿਮਰਨ ਆਦਿ ਗੁਣ ਧਾਰਨ ਕਰਨਾ। ਹੁਣ ਇੱਥੇ ਕੀ ਕਰਦਾ ਹੈ? ਹੁਣ ਇੱਥੇ ਜਿਹੜਾ ਸੂਫੀ ਸਾਧਕ ਹੈ, ਜਿਹੜਾ ਸੂਫੀ ਸਾਲਿਕ ਹੈ, ਜਿਹੜਾ ਸੂਫੀ ਸਾਧਕ ਹੈ, ਜਿਹੜਾ ਮੁਰੀਦ ਹੈ, ਉਹ ਕੀ ਕਰਦਾ ਹੈ ਜੀ ਇੱਥੇ? ਉਹ ਕਿਹੜੇ ਕਰਦਾ? ਜਿਵੇਂ ਉੱਪਰ ਆਪਾਂ ਨਿਯਮ ਕੱਢੇ ਸੀ, ਇੱਥੇ ਫਕੀਰੀ ਦਾ ਆ ਗਿਆ ਸੀ ਸਮਝ। ਤੌਬਾ ਕਰਨੀ ਮਤਲਬ ਪਛਤਾਤਾਪ ਕਰਨਾ, ਤਵੱਕਲ ਭਰੋਸਾ ਕਰਨਾ, ਗੁਰੂ ਤੇ ਜ਼ਿਕਰ ਦਾ ਮਤਲਬ ਰੱਬੀ ਸਿਮਰਨ, ਜ਼ਿਕਰ ਕਰਨਾ ਮਤਲਬ ਰੱਬ ਦਾ ਸਿਮਰਨ ਕਰਨਾ। ਆਪਾਂ ਕਹਿੰਦੇ ਹਾਂ ਨਾ ਮੈਂ ਉਹਦਾ ਉੱਥੇ ਜ਼ਿਕਰ ਕੀਤਾ, ਜ਼ਿਕਰ ਦਾ ਸ਼ਾਬਦਿਕ ਅਰਥ ਹੁੰਦਾ ਕਿਸੇ ਨੂੰ ਯਾਦ ਕਰਨਾ, ਸਿਮਰਨ ਕਰਨਾ। ਹੁਣ ਆ ਗਈ ਜੀ ਮਾਰਫਤ ਦੀ ਅਵਸਥਾ, ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ। ਮਾਰਫਤ ਦੀ ਅਵਸਥਾ ਦੀ ਗੱਲ ਕਰਦੇ ਹਾਂ ਜੀ। ਮਾਰਫਤ ਦੇ ਵਿੱਚ ਕੀ ਹੁੰਦਾ ਹੈ? ਅੱਲਾ ਦੀ ਹਸਤੀ ਦੀ ਪਹਿਚਾਣ ਹੋ ਜਾਂਦੀ ਹੈ। ਅੱਲਾ, ਰੱਬ, ਪਰਮਾਤਮਾ, ਵਾਹਿਗੁਰੂ, ਗੋਡ, ਉਹਦੀ ਹਸਤੀ, ਉਸ ਦੇ ਅਸਤਿਤਵ ਦੀ ਪਹਿਚਾਣ ਹੁੰਦੀ ਹੈ ਇੱਥੇ ਮਾਰਫਤ ਦੇ ਵਿੱਚ। ਇਸ ਦਾ ਅਰਥ ਹੈ ਜਬਰੂਤ ਗਿਆਨ। ਮਾਰਫਤ ਦਾ ਸ਼ਾਬਦਿਕ ਅਰਥ ਰੱਬੀ ਗਿਆਨ, ਜਾਂ ਇੱਕ ਨਾਮ ਹੋਰ ਹੈ ਜਬਰੂਤ। ਦੋਵੇਂ ਸ਼ਬਦ ਰੱਖਿਓ ਧਿਆਨ। ਮਾਰਫਤ ਦਾ ਮਤਲਬ ਜਬਰੂਤ ਜਾਂ ਗਿਆਨ। ਇਸ ਅਵਸਥਾ ਵਿੱਚ ਕਸ਼ਫ ਦਾ ਜ਼ਿਕਰ ਆਉਂਦਾ ਹੈ। ਕਸ਼ਫ ਦਾ ਮਤਲਬ ਰੱਬੀ ਭੇਦ ਦਾ ਖੁੱਲ੍ਹ ਜਾਣਾ। ਕਸ਼ਫ ਦਾ ਸ਼ਾਬਦਿਕ ਅਰਥ ਇੱਥੇ ਕੀ ਹੈ? ਇਸ ਮਾਰਫਤ ਦੀ ਅਵਸਥਾ ਦੇ ਵਿੱਚ ਰੱਬ ਦੀ ਹਸਤੀ ਦੀ ਪਹਿਚਾਣ ਕਿਵੇਂ ਹੋਈ? ਕਿਉਂਕਿ ਜਦੋਂ ਰੱਬ ਦੇ ਬਾਰੇ ਮਨੁੱਖ ਦਾ ਭੇਦ ਖੁੱਲ੍ਹ ਗਿਆ। ਇੱਥੇ ਰਹੱਸਵਾਦ ਵਾਲੀ ਜਿਹੜੀ ਧਾਰਨਾ ਉਹ ਸੌਲਭ ਹੁੰਦੀ ਹੈ। ਇੱਥੇ ਰੱਬ ਦਾ ਰਹੱਸਿਆ ਕਿਹਨੂੰ ਕਹਿੰਦੇ ਆ? ਭੇਦ ਨੂੰ ਹੀ ਕਹਿੰਦੇ ਆ ਵੀ ਇੱਕ ਚੀਜ਼ ਆ ਜਿਹੜੀ ਉਹ ਭੇਦ ਲੁਕੀ ਹੋਈ ਆ, ਛੁਪੀ ਹੋਈ ਆ, ਸਾਨੂੰ ਨਹੀਂ ਪਤਾ ਕੀ ਹੈ। ਪਰ ਜਦੋਂ ਮਾਰਫਤ ਦੀ ਅਵਸਥਾ ਆਉਂਦੀ ਹੈ ਕਿਸੇ ਸੂਫੀ ਸਾਧਕ ਦੇ ਉੱਪਰ, ਉਦੋਂ ਉਸ ਨੂੰ ਰੱਬ ਦੀ ਹਸਤੀ ਦੀ ਪਹਿਚਾਣ ਹੁੰਦੀ ਹੈ। ਤਾਂ ਇਸ ਅਵਸਥਾ ਦੇ ਵਿੱਚ ਕਸਫ ਦਾ ਮਤਲਬ ਹੁੰਦਾ ਰੱਬੀ ਭੇਦ ਖੁੱਲ੍ਹ ਜਾਂਦਾ ਹੈ, ਇਹਦਾ ਜ਼ਿਕਰ ਆਉਂਦਾ ਜੀ। ਹੁਣ ਆ ਗਈ ਜੀ ਹਕੀਕਤ। ਹਕੀਕਤ ਦਾ ਵੈਸੇ ਤਾਂ ਹੁੰਦਾ ਵੀ ਸੱਚਾਈ, ਹਕੀਕਤ ਹੈ ਨਾ। ਹੁਣ ਇੱਥੇ ਹੋ ਗਈ ਜੀ ਪਰਮਾਤਮਾ ਦੀ ਪ੍ਰਾਪਤੀ, ਕਿਉਂਕਿ ਆਖਰੀ ਹਕੀਕਤ ਕੀ ਹੈ? ਆਖਰੀ ਸੱਚਾਈ ਕੀ ਹੈ? ਪਰਮਾਤਮਾ ਦੀ ਪ੍ਰਾਪਤੀ ਹੈ ਨਾ। ਹਾਂ, ਉੱਪਰ ਸੀਗਾ ਪਰਮਾਤਮਾ ਦੀ ਹਸਤੀ ਦਾ ਗਿਆਨ ਹੋਣਾ ਮਾਰਫਤ ਦੇ ਵਿੱਚ। ਹਕੀਕਤ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ, ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਣਾ, ਜਿਹਨੂੰ ਉੱਪਰ ਆਪਾਂ ਜਿਹੜੀਆਂ ਅਵਸਥਾਵਾਂ ਦਾ ਜ਼ਿਕਰ ਕੀਤਾ ਸੀ ਉਹਦੇ ਵਿੱਚ ਫਨਾ ਹੋ ਜਾਣਾ। ਇਸ ਅਵਸਥਾ ਵਿੱਚ ਜਾਂ ਤਾਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜਾਂ ਸਾਧਕ ਆਪਣੇ ਆਪ ਨੂੰ ਗਵਾ ਲੈਂਦਾ ਹੈ। ਵਸਲ ਨੂੰ ਪ੍ਰਾਪਤ ਹੋਣਾ। ਵਸਲ ਸ਼ਬਦ ਮਤਲਬ, ਵਸਲ ਦਾ ਮਤਲਬ ਹੁੰਦਾ ਮੇਲ ਮਿਲਾਪ। ਵਸਲ
ਵਸਲੋਂ ਉਰੇ ਮੁਕਾਮ ਨਾ ਕੋਈ, ਇਹ ਆਪਾਂ ਪੜਾਂਗੇ। ਹਾਂਜੀ, ਸੂਫੀਆਂ ਦੀਆਂ 4 ਪ੍ਰਸਿੱਧ ਸੰਪਰਦਾਵਾਂ ਆਪਾਂ ਪੜ੍ਹਦੇ ਹਾਂ। ਇੱਕ ਤਾਂ ਚਿਸ਼ਤੀ, ਸੋਹਰਾਵਰਦੀ, ਨਕਸ਼ਬੰਦੀ ਤੇ ਕਾਦਰੀ। ਇਹਦੇ ਵਿੱਚੋਂ ਆਪਾਂ ਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਚਿਸ਼ਤੀ ਤੇ ਕਾਦਰੀ ਇਹਨਾਂ ਦੀ ਬਹੁਤ ਪ੍ਰਸਿੱਧ ਰਹੀ ਹੈ ਸੂਫੀ ਕਵੀਆਂ ਦੀ। ਸੂਫੀ ਕਵੀਆਂ ਇਹਨਾਂ ਦੇ ਆਪਾਂ ਸੰਪਰਦਾਵਾਂ ਦਾ ਕੋਈ ਮਤਲਬ, ਇਹ ਤਾਂ ਤੁਸੀਂ ਭਗਤੀ ਕਹਾਵ ਦੇ ਵਿੱਚ ਪੜ੍ਹਦੇ ਹੀ ਹੋ, ਹੈ ਨਾ। ਸੋ ਇੱਥੇ ਕੋਈ ਆਪਾਂ ਜ਼ਿਕਰ ਨਹੀਂ ਕਰਨਾ ਇਹਨਾਂ, ਨਾ ਇਹਨਾਂ ਦਾ ਕੋਈ ਪ੍ਰਸ਼ਨ ਬਣਦਾ ਹੀ ਹੈ। ਪਰ ਜਿਹੜੇ ਬਣਦੇ ਆ ਬਸ ਉਹ ਇਹੀ ਆ, ਚਿਸ਼ਤੀ ਤੇ ਕਾਦਰੀ ਸੰਪਰਦਾਇ ਤੇ ਬਣਨਗੇ, ਉਹਨਾਂ ਦੇ ਬਾਰੇ ਆਪਾਂ ਪੜ੍ਹਨਾ ਹੀ ਹੈ। ਜਦੋਂ ਆਪਾਂ ਆਪਣੇ ਚਿਸ਼ਤੀ ਦੀ ਗੱਲ ਕਰਾਂਗੇ ਉਦੋਂ ਬਾਬੇ ਫਰੀਦ ਨੂੰ ਆਪਾਂ ਪੜ੍ਹਾਂਗੇ, ਉਹਦੇ ਵਿੱਚ ਚਿਸ਼ਤੀ ਸੰਪਰਦਾਇ ਦੀ ਗੱਲ ਆ ਜੂਗੀ। ਅਤੇ ਕਾਦਰੀ ਤਾਂ ਆਪਣੇ ਬਥੇਰਿਆਂ 'ਚ ਆਊਗਾ, ਸ਼ਾਹ ਹੁਸੈਨ ਦੇ ਵਿੱਚ ਆਊਗਾ। ਸੋ ਕੋਈ ਦਿੱਕਤ ਨਹੀਂ। ਕਾਦਰੀ ਦੀ ਅੱਗੇ ਉਪ ਸ਼ਾਖਾ ਮਲਾਮਤੀ, ਉਸ ਸ਼ਾਖਾ ਦੇ ਨਾਲ ਸੰਬੰਧਿਤ ਹੈ ਸ਼ਾਹ ਹੁਸੈਨ। ਉਹ ਵੀ ਅੱਗੇ ਬਹਿਲੋਲ ਸ਼ਾਹੀ, ਅੱਗੇ ਜਮਾਤ ਉਹਦੀ, ਉਹ ਸਾਰੀਆਂ ਗੱਲਾਂ ਆਪਾਂ ਸ਼ਾਹ ਹੁਸੈਨ ਵਾਲੇ 'ਚ ਕਰਾਂਗੇ। ਹੁਣ ਹੈ ਜੀ 4 ਯਾਰ। 4 ਯਾਰਾਂ ਦਾ ਜ਼ਿਕਰ ਬੜਾ ਹੁੰਦਾ ਜੀ, ਰੱਖਿਓ ਮਾੜਾ ਜਿਹਾ ਧਿਆਨ ਦੇ ਵਿੱਚ। 4 ਯਾਰ, ਯਾਰ ਦਾ ਵੈਸੇ ਸ਼ਾਬਦਿਕ ਅਰਥ ਦੋਸਤ ਹੁੰਦਾ। ਹਾਂਜੀ, ਜਿਹੜਾ ਕਮੀਨਾ ਦੋਸਤ ਹੋਵੇ ਨਾ, ਕਮੀਨਾ ਜਾਂ ਉਹਨੂੰ ਕਹਿੰਦਾ ਯਾਰ। 4 ਯਾਰ। ਚਲੋ ਆਪਾਂ ਇੱਥੇ ਗੱਲ ਕਰਦੇ ਹਾਂ ਵੀ ਸਾਡਾ ਜਿਹੜਾ ਇਸਲਾਮ ਧਰਮ ਹੈ ਉਹਦੇ ਵਿੱਚ 4 ਯਾਰ ਕੌਣ ਨੇ ਅਤੇ ਉਹਨਾਂ ਦਾ ਕੀ ਮਹੱਤਵ ਹੈ। ਦੇਖੋ ਜੀ, ਹਜ਼ਰਤ ਮੁਹੰਮਦ ਸਾਹਿਬ ਦੇ 4 ਉੱਤਰਾਧਿਕਾਰੀ, ਜਿਹਦਾ ਇੱਕ ਅਰਥ ਹੁੰਦਾ ਖਲੀਫਾ, ਖਲੀਫੇ। 4 ਖਲੀਫੇ ਜਾਂ 4 ਉੱਤਰਾਧਿਕਾਰੀ ਸੀਗੇ। ਦੇਖੋ ਜੀ ਕਿਹੜੇ ਕਿਹੜੇ। ਯਾਰ ਸ਼ਬਦ ਹੈ ਜਿਹੜਾ ਉਹ ਅਰਬੀ ਭਾਸ਼ਾ ਦਾ ਹੈ, ਜਿਸ ਦਾ ਮਤਲਬ ਹੈ ਦੋਸਤ, ਮਦਦਗਾਰ, ਸਹਾਇਕ। ਸੱਚੀ ਗੱਲ ਹੈ, ਯਾਰ ਵਾਕਈ ਮਦਦਗਾਰ ਹੁੰਦਾ। ਜਿੱਥੇ ਕੋਈ ਕੰਮ ਨਾ ਆਵੇ ਉੱਥੇ ਯਾਰੀ ਕੰਮ ਆਉਂਦੀ ਹੈ। ਸੋ ਯਾਰ ਹੈ ਤੁਹਾਡਾ, ਯਾਰ ਮਿੱਤਰ ਕੋਈ ਜਿਹੜਾ ਉਹ ਸੱਚਾ ਹੋਣਾ ਚਾਹੀਦਾ ਹੈ। ਇੱਕ ਵਧੀਆ ਯਾਰ ਮਿੱਤਰ ਐਵੇਂ ਦਾ ਜ਼ਰੂਰ ਹੋਣਾ ਚਾਹੀਦਾ ਜ਼ਿੰਦਗੀ 'ਚ, ਜਿਹਦੇ ਨਾਲ ਆਪਾਂ ਆਪਣੇ ਦਿਲ ਦੀ ਗੱਲ ਸਾਂਝੀ ਕਰ ਸਕੀਏ। ਨਹੀਂ ਤਾਂ ਕਈ ਵਾਰੀ ਕੀ ਹੁੰਦਾ, ਦਿਲ ਦੀ ਗੱਲ ਜਦੋਂ ਦਿਲ ਦੇ ਵਿੱਚ ਰਹਿ ਜੇ ਅਤੇ ਉਦੋਂ ਟੈਨਸ਼ਨ ਇੱਥੇ ਵੜਦੀ ਹੈ। ਇਹ ਰੱਖਿਆ ਕਰੋ ਧਿਆਨ। ਇੱਕ ਵਧੀਆ ਇਸ ਤਰ੍ਹਾਂ ਦਾ ਬੰਦਾ ਜਿਹਨੂੰ ਆਪਾਂ ਗੱਲ ਦੱਸ ਵੀ ਸਕੀਏ, ਖੁੱਲ੍ਹ ਕੇ ਦੱਸ ਸਕੀਏ, ਅਤੇ ਉਹ ਗੱਲ ਆਪਣੇ ਤੱਕ ਸੀਮਿਤ ਰੱਖੇ। ਯਾਰ ਗੱਲ ਲੀਕ ਕਰਨ ਵਾਲਾ ਨਾ ਹੋਵੇ ਇਸ ਤਰ੍ਹਾਂ ਕਰਕੇ, ਕਿਉਂਕਿ ਤੁਸੀਂ ਹੁਣ ਸਿਆਣੇ ਬਿਆਣੇ ਹੋ, ਹੈ ਨਾ। ਆਹ ਵੇਖ ਲਓ, ਤੁਸੀਂ ਐਡਾ ਵੱਡਾ ਚੈਪਟਰ ਪੜ੍ਹੀ ਜਾਂਦੇ, ਤੁਹਾਡੇ ਨਾਲੋਂ ਸਿਆਣਾ ਕੌਣ ਹੋ ਸਕਦਾ। ਇਸ ਕਰਕੇ ਯਾਰ ਦੀ ਪਰਖ ਜ਼ਰੂਰ ਕਰ ਲਿਆ ਕਰੋ। ਹਾਂਜੀ, ਅੱਗੇ ਚੱਲਦੇ ਹਾਂ ਜੀ। ਪਹਿਲਾ ਹੈਗਾ ਜੀ ਹਜ਼ਰਤ ਅਬੂ ਬਕਰ। ਅਬੂ ਬਕਰ, ਇਸ ਨੂੰ ਸਦੀਕ ਵੀ ਕਿਹਾ ਜਾਂਦਾ ਹੈ, ਮੁਹੰਮਦ ਸਦੀਕ। ਇਸ ਨੂੰ ਸਦੀਕ ਦਾ ਸ਼ਾਬਦਿਕ ਅਰਥ ਜਿਹੜਾ ਬੰਦਾ ਬਹੁਤ ਸੱਚਾ ਹੋਵੇ। ਮੁਹੰਮਦ ਸਦੀਕ ਤਾਂ ਨਹੀਂ ਸੱਚਾ ਵੈਸੇ, ਚਲੋ ਠੀਕ ਹੈ, ਆਪਾਂ ਆਪਣੇ ਵਾਪਸ ਆ ਜਾਓ ਇੱਧਰ। ਹਜ਼ਰਤ ਅਬੂ ਬਕਰ, ਇਸ ਨੂੰ ਸਦੀਕ ਮਤਲਬ ਬਹੁਤ ਸੱਚਾ ਵਿਅਕਤੀ ਕਿਹਾ ਜਾਂਦਾ ਹੈ। ਇਹ ਪਹਿਲਾ ਖਲੀਫਾ ਹੈ ਜੀ। ਹਜ਼ਰਤ ਮੁਹੰਮਦ ਦੀ ਪਤਨੀ ਸੀਗੀ ਆਇਸ਼ਾ, ਉਹਦਾ ਪਿਤਾ ਮਤਲਬ ਹਜ਼ਰਤ ਮੁਹੰਮਦ ਸਾਹਿਬ ਦਾ ਸਹੁਰਾ ਸਾਹਿਬ ਜੀ ਉਹ ਜੀ ਪਹਿਲਾ ਉੱਤਰਾਧਿਕਾਰੀ ਸੀਗਾ, ਪਹਿਲਾ ਖਲੀਫਾ ਸੀਗਾ। ਹਜ਼ਰਤ ਮੁਹੰਮਦ ਦੀ ਪਤਨੀ ਆਇਸ਼ਾ ਦਾ ਪਿਤਾ ਸੀਗਾ। ਉਸ ਤੋਂ ਬਾਅਦ ਆ ਗਿਆ ਜੀ ਹਜ਼ਰਤ ਉਮਰ। ਹਜ਼ਰਤ ਉਮਰ ਜਿਹੜਾ ਸੀਗਾ ਉਹ ਹਜ਼ਰਤ ਮੁਹੰਮਦ ਸਾਹਿਬ ਦੀ ਜਿਹੜੀ ਤੀਜੀ ਪਤਨੀ ਸੀ ਹਫਸ਼ਾ, ਉਹਦਾ ਪਿਤਾ ਸੀਗਾ। ਆਪਾਂ ਕੀ ਆਪਣੇ ਆਹ ਨਾਮ ਯਾਦ ਰੱਖਣੇ ਆ ਜਾਂ ਕੋਈ ਇਹਨਾਂ ਦੀ ਉਪਾਧੀ ਆ ਉਹਨੂੰ ਯਾਦ ਰੱਖਣਾ। ਉਪਾਧੀ ਵੀ ਯਾਦ ਰੱਖਣ ਦਾ ਮਤਲਬ ਪਤਾ ਕੀ ਹੈ। ਤੁਹਾਨੂੰ ਸਦੀਕ ਦਾ ਮਤਲਬ ਪਤਾ ਲੱਗਿਆ ਵੀ ਸਦੀਕ ਦਾ ਸ਼ਾਬਦਿਕ ਅਰਥ ਕੀ ਹੈ, ਬਹੁਤ ਸੱਚਾ ਵਿਅਕਤੀ। ਹੋਰ ਆਪਾਂ ਕੁਛ ਨਹੀਂ ਕਰਾਉਣਾ, ਆਪਾਂ ਤਾਂ ਨਾਮ ਅਬੂ ਬਕਰ, ਹਜ਼ਰਤ ਉਮਰ, ਉਸਮਾਨ ਅਤੇ ਅਲੀ, ਬਸ। ਹਜ਼ਰਤ ਉਮਰ ਦੀ ਗੱਲ ਹੋ ਗਈ। ਹਜ਼ਰਤ ਉਸਮਾਨ, ਹਜ਼ਰਤ ਮੁਹੰਮਦ ਦੀਆਂ 2 ਪੁੱਤਰੀਆਂ ਸੀਗੀਆਂ, ਉਹਨਾਂ ਦੋਨਾਂ ਦਾ ਇੱਕ ਪਤੀ ਸੀਗਾ, ਉਹ ਸੀ ਹਜ਼ਰਤ ਉਸਮਾਨ। ਹਜ਼ਰਤ ਅਲੀ ਹਜ਼ਰਤ ਮੁਹੰਮਦ ਸਾਹਿਬ ਦੇ ਚਾਚੇ ਦਾ ਪੁੱਤਰ ਸੀ ਅਤੇ ਜਵਾਈ ਸੀ, ਕਿਉਂਕਿ ਮੁਸਲਮਾਨ ਧਰਮ ਦੇ ਵਿੱਚ ਜਿਵੇਂ ਮੰਨ ਲਓ ਸਕੇ ਜਿਹੜੇ ਹੁੰਦੇ ਆ ਆਪਸ ਦੇ ਵਿੱਚ ਭੈਣ ਭਰਾ, ਉਹਨਾਂ ਨੂੰ ਛੱਡ ਕੇ ਹੋਰ ਕਿਤੇ ਵੀ ਰਿਸ਼ਤਾ ਤੈਅ ਕੀਤਾ ਜਾ ਸਕਦਾ ਹੈ। ਇਸ ਕਰਕੇ ਹਜ਼ਰਤ ਮੁਹੰਮਦ ਸਾਹਿਬ ਦੇ ਚਾਚੇ ਦਾ ਪੁੱਤਰ ਸੀ ਜਿਹੜਾ, ਉਹੀ ਹਜ਼ਰਤ ਮੁਹੰਮਦ ਸਾਹਿਬ ਦਾ ਜਵਾਈ ਸੀ, ਉਹਦਾ ਨਾਮ ਸੀ ਹਜ਼ਰਤ ਅਲੀ। ਆ ਗਏ ਜੀ ਆਪਾਂ ਹੋਰ ਦੇਖੋ ਜੀ, ਸੂਫੀ ਹੈ ਜਿਹੜਾ ਉਹ ਇਸਲਾਮ ਦੀ ਪੂਰਕ ਵਿਚਾਰਧਾਰਾ ਹੈ। ਮੈਂ ਜਿਵੇਂ ਗੱਲ ਕੀਤੀ ਸੀ ਵੀ ਇਸਲਾਮ ਅਤੇ ਸੂਫੀ ਨੂੰ ਨਿਖੇੜ ਨਹੀਂ ਸਕਦੇ, ਦੋਨੋਂ ਇੱਕ ਦੂਜੇ ਦੇ ਪੂਰਕ ਹੈ। ਗੱਲਾਂ ਵਾਰੀ ਆਉਣਗੀਆਂ, ਉਹਦੇ ਨਾਲ ਯਾਦ ਹੋਊਗਾ, ਸ਼ਬਦਾਵਲੀ ਸਮਝ ਆਊਗੀ। ਅੱਡ ਅੱਡ ਤਰੀਕੇ ਨਾਲ ਪ੍ਰਸ਼ਨ ਭੈੜੇ ਜਿਹੇ ਬਣਾਉਂਦਾ ਹੁੰਦਾ ਇਹਦੇ ਵਿੱਚੋਂ। ਮੈਂ ਕਿਹਾ ਚਲੋ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਈਏ। ਇਸ ਦਾ ਜਨਮ ਕੇਂਦਰ ਹੈ ਜੀ ਅਰਬ। ਸੂਫੀਆਂ ਦਾ ਜਿਹੜਾ ਜਨਮ ਕੇਂਦਰ ਹੈ ਉਹ ਜੀ ਅਰਬ ਹੈ। ਪੰਜਾਬ ਵਿੱਚ ਸੂਫੀਆਂ ਦਾ ਪਹਿਲਾ ਟਿਕਾਣਾ ਲਾਹੌਰ ਸੀ, ਯਾਦ ਰੱਖਿਓ ਥੋੜ੍ਹਾ ਜਿਹਾ। ਪੰਜਾਬ ਦੇ ਵਿੱਚ ਸੂਫੀਆਂ ਦਾ ਪਹਿਲਾ ਟਿਕਾਣਾ ਲਾਹੌਰ ਸੀ ਜੀ, ਮੇਰਾ ਸ਼ਹਿਰ ਲਾਹੌਰ। ਅਤੇ ਭਾਰਤ ਵਿੱਚ ਆਉਣ ਵਾਲਾ ਪਹਿਲਾ ਸੂਫੀ ਸੀਗਾ ਹਜ਼ਰਤ ਅਲੀ ਬਿਨ ਉਸਮਾਨ ਅਲ ਹੁਜਵੀਰੀ। ਛੋਟਾ ਜਿਹਾ ਨਾਮ ਹੈ, ਪਿਆਰਾ ਜਿਹਾ ਨਾਮ ਹੈ, ਹਜ਼ਰਤ ਅਲੀ ਬਿਨ ਉਸਮਾਨ ਅਲ ਹੁਜਵੀਰੀ। ਹੁਜਵੇਰੀ ਵੀ ਲਿਖਿਆ ਕਿਤੇ ਅਤੇ ਕਿਤੇ ਹੁਜਵੀਰੀ,
ਵੀਰੀ ਵੀ ਲਿਖਿਆ ਹੋਇਆ, ਆਪਣੇ ਹਿਸਾਬ ਨਾਲ ਇਹਨੂੰ ਕੋਈ ਦਿੱਕਤ ਨਹੀਂ। ਬਸ ਵੈਸੇ ਤਾਂ ਹਜ਼ਰਤ ਅਲੀ ਬਿਨ ਤਾਂ ਨਹੀਂਗਾ, ਇੰਨਾ ਤਾਂ ਰੱਖਣ ਦੀ ਚੇਤੇ ਨਹੀਂ, ਆ ਹੀ ਆਉਂਦਾ ਹੁੰਦਾ ਉਸਮਾਨ ਅਲ ਹੁਜਵੀਰੀ, ਉਸਮਾਨ ਅਲ ਹੁਜਵੀਰੀ, ਉਸਮਾਨ ਅਲ ਹੁਜਵੀਰੀ। ਸੂਫੀ ਦਰਸ਼ਨ ਦੀ ਆਧਾਰਸ਼ਿਲਾ ਜਿਹੜੀ ਉਹ ਕੁਰਾਨ ਅਤੇ ਹਦੀਸ ਲਿਖਤਾ ਨਾ, ਕੁਰਾਨ ਤੋਂ ਬਾਹਰੀ ਸਿੱਖਿਆਵਾਂ ਹਨ। ਵੈਸੇ ਤਾਂ ਕੁਰਾਨ ਸ਼ਬਦ ਤੁਸੀਂ ਕੱਕੇ ਨੂੰ ਔਂਕੜ, ਰਾਰੇ ਨੂੰ ਕੰਨਾ ਤੇ ਨੈ, ਪਰ ਮੈਂ ਕਿਹਾ ਥੋੜ੍ਹਾ ਜਿਹਾ ਸ਼ੁੱਧ ਲਿਖੀਏ ਕੁਰਾਨ, ਕੁਰਾਨ। ਆਜੋ ਜੀ, ਇਸਲਾਮ ਵਿੱਚ ਫਰਿਸ਼ਤੇ ਮਲਕ, ਫਰਿਸ਼ਤੇ ਮਲਕ, ਮਲਕ ਮਲਕ ਮੈਨੇ ਹੁੰਦਾ ਫਰਿਸ਼ਤੇ ਵਰਗਾ, ਤੇ ਮਲਕੀ ਹੁੰਦੀ ਹੈ ਫਰਿਸ਼ਤੇ ਵਰਗੀ। ਮਲਕੀ, ਮਲਕੀ ਆਊਗਾ ਸ਼ਬਦ, ਰੱਖਿਓ ਚੇਤਾ, ਮਲਕ ਫਰਿਸ਼ਤੇ ਵਰਗਾ ਜਾਂ ਫਰਿਸ਼ਤਾ ਹੀ, ਤੇ ਮਲਕੀ ਫਰਿਸ਼ਤੇ ਵਰਗੀ, ਫਰਿਸ਼ਤੇ ਜਿਹੀ। ਇਸਲਾਮ ਵਿੱਚ ਫਰਿਸ਼ਤੇ ਇਸ ਪ੍ਰਕਾਰ ਹਨ ਜੀ। ਦੇਖੋ ਫਰਿਸ਼ਤਿਆਂ ਦੇ ਬੜੀ ਨਾਮ ਆਉਂਦੇ ਆ ਜੀ, ਆਏ ਹੋਏ ਹੋਏ, ਫਰਿਸ਼ਤਿਆਂ ਦੇ ਨਾਮ ਬੜੇ ਆਉਂਦੇ। ਬਾਬੇ ਫਰੀਦ ਨੇ ਮਲਕੁਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਮੌਤ ਦੇ ਫਰਿਸ਼ਤੇ ਦੀ ਗੱਲ ਕੀਤੀ ਹੈ। ਇੱਥੇ ਨਾਮ ਆ ਜਾਣਗੇ ਤੁਹਾਨੂੰ। ਹਾਂਜੀ, ਜਬਰੀਲ ਪਹਿਲਾ, ਜਬਰੀਲ ਪੈਗੰਬਰਾਂ ਜਾਂ ਰਸੂਲਾਂ ਨੂੰ ਰੱਬੀ ਸੁਨੇਹਾ ਜਾਂ ਪੈਗਾਮ ਪਹੁੰਚਾਉਣ ਵਾਲਾ ਕਿਹੜਾ ਹੈ ਜੀ? ਉਹ ਹੈਗਾ ਜਬਰੀਲ। ਕਹਿੰਦੇ ਵੀ ਮੁਹੰਮਦ ਸਾਹਿਬ ਨੂੰ ਜਦੋਂ ਕੁਰਾਨ ਦੀ ਆਮਦ ਹੋਈ, ਉਦੋਂ ਉਹ ਕਿਹਨੇ ਆਣ ਕੇ ਜਿਹੜਾ ਉਹ ਰੱਬ ਦਾ ਪੈਗਾਮ, ਜਿਹੜਾ ਪੈਗੰਬਰ, ਉਹ ਪੈਗਾਮ ਕੌਣ ਲੈ ਕੇ ਆਇਆ? ਰੱਬੀ ਸੁਨੇਹਾ ਜਾਂ ਪੈਗਾਮ ਕੌਣ ਲੈ ਕੇ ਆਇਆ ਸੀਗਾ? ਕੁਰਾਨ ਦੇ ਰੂਪ ਵਿੱਚ ਜਬਰੀਲ ਫਰਿਸ਼ਤਾ ਲੈ ਕੇ ਆਇਆ ਸੀ। ਕਿੱਡਾ ਪਿਆਰਾ ਨਾਮ ਹੈ ਜਬਰੀਲ। ਮਕਾਇਲ, ਇੱਕ ਅੰਗਰੇਜ਼ੀ ਦਾ ਵੀ ਆਉਂਦਾ ਹੋਏ ਮਕਾਇਲ, ਉਹ ਨਹੀਂ ਗਾ ਇਹ, ਮਕਾਇਲ ਜੀਵਾਂ ਨੂੰ ਰੋਜੀ ਰੋਟੀ ਪਹੁੰਚਾਉਣ ਵਾਲਾ, ਖਾਣਾ ਦਾਣਾ ਦੇਣ ਵਾਲਾ। ਮਕਾਇਲ ਕਦੇ ਨਾ ਮੁੱਕੇ ਖਾਣਾ, ਮਕਾਇਲ ਮੁੱਕੇ। ਇਜ਼ਰਾਈਲ, ਇਜ਼ਰਾਈਲ ਫਰਿਸ਼ਤਾ ਜੀ ਹਸ਼ਰ ਦੇ ਦਿਹਾੜੇ 'ਤੇ ਸ਼ੰਖ ਵਜਾਉਣ ਵਾਲਾ ਫਰਿਸ਼ਤਾ ਹੈ ਜੀ। ਹੁਣ ਦੇਖ ਲਓ ਜੀ, ਗਾਣਾ ਸੁਣਿਆ ਹੋਣਾ, ਅੱਜ ਦਿਨ ਹਸ਼ਰ ਦਾ, ਕੱਲ੍ਹ ਮੈਂ ਨਹੀਂ ਰਹਿਣਾ। ਹਸ਼ਰ, ਹਸ਼ਰ ਦਾ ਮਤਲਬ ਹੈ ਕਿਆਮਤ ਦਾ ਦਿਨ। ਇੱਕ ਲਿਖਿਆ ਹੋਇਆ ਇਸਲਾਮ ਦੀ ਪਰੰਪਰਾ ਦੇ ਅਨੁਸਾਰ ਇੱਕ ਮੰਨਿਆ ਜਾਂਦਾ ਜੀ ਕਿਆਮਤ ਦਾ ਦਿਨ ਹੈ ਜੀ। ਇਹ ਆਊਗਾ ਜਿੱਦਣ ਕੀ ਹੋਊਗਾ, ਜਿਹੜੇ ਤਾਂ ਆਪਣੇ ਜੀਵ ਆ ਸਾਰੇ ਜਿਹੜੇ ਹੈਗੇ ਆ ਜਿਉਂਦੇ ਵੇ, ਮਤਲਬ ਆਪਾਂ ਤਾਂ ਜਾਵਾਂਗੇ ਮਰ, ਤੇ ਜਿਹੜੇ ਮਰੇ ਹੋਏ ਆ ਕਬਰਾਂ ਦੇ ਵਿੱਚ ਉਹ ਜਾਣਗੇ ਉੱਠ। ਤੇ ਹੁਣ ਕੀ ਹੋਊਗਾ ਉਸ ਤੋਂ ਬਾਅਦ? ਅੱਗੇ ਸਾਰਿਆਂ ਦਾ ਲੇਖਾ ਜੋਖਾ ਹੋਊਗਾ। ਤੇ ਆ ਜਿਹੜਾ ਕੀ ਆ, ਉਹ ਹਸ਼ਰ ਦਾ ਦਿਨ ਆਊਗਾ। ਉਸ ਦਿਨ ਸ਼ੰਖ ਵਜਾਉਣ ਵਾਲਾ ਜਿਹੜਾ ਫਰਿਸ਼ਤਾ ਹੋਊਗਾ ਉਹ ਹੈਗਾ ਜੀ ਇਸਰਾਫੀਲ। ਇਸਰਾਫੀਲ, ਮੈਂ ਜੇ ਗਲਤ ਬੋਲਤਾ ਹੋਵੇ ਨਾ ਦੁਬਾਰੇ ਸਹੀ ਬੋਲੀ ਜਾਂਦਾ, ਇਸਰਾਫੀਲ। ਇਸਰਾਫੀਲ ਫਰਿਸ਼ਤਾ ਹਸ਼ਰ ਦੇ ਦਿਹਾੜੇ 'ਤੇ ਸ਼ੰਖ ਵਜਾਊਗਾ। ਉਸ ਤੋਂ ਬਾਅਦ ਕੀ ਹੋਊਗਾ? ਅਗਲਾ ਸੀਨ, ਰੱਬ ਦੇ ਦਰਬਾਰ ਵਿੱਚ ਸਾਰਿਆਂ ਨੂੰ ਪੇਸ਼ ਕੀਤਾ ਜਾਊਗਾ। ਤੇ ਉਸ ਤੋਂ ਬਾਅਦ ਜੀ ਕਹਿੰਦੇ ਵੀ ਰੱਬ ਤੱਕ ਪਹੁੰਚਣ ਵਾਸਤੇ ਇੱਕ ਪੁਲ ਹੋਊਗਾ, ਜਿਹੜਾ ਹੋਊਗਾ ਜੀ ਵਾਲ ਤੋਂ ਬਰੀਕ ਤੇ ਤਲਵਾਰ ਤੋਂ ਤਿੱਖਾ, ਜਿਹਦਾ ਨਾਮ ਹੈ ਸਿਰਾਤ ਦਾ ਪੁਲ। ਪੁਲ ਸਿਰਾਤ, ਜਿਹਨੂੰ ਬਾਬੇ ਫਰੀਦ ਨੇ, ਇਹ ਹੈਗਾ ਜੀ ਪੁਲ ਸਿਰਾਤ। ਬਾਬੇ ਫਰੀਦ ਨੇ ਇਹਦਾ ਨਾਮ ਲਿਖਿਆ ਪੁਰਸਿਲਾਤ। ਵਾਲੋਹ ਨਿੱਕੀ ਪੁਰਸਲਾਤ, ਕੰਨੀ ਨਾ ਸੁਣੀ ਆਏ, ਫਰੀਦਾ ਕਿੜੀ ਪਵੰਦਈ, ਖੜਾ ਨਾ ਆਪ ਮੁਹਾਏ। ਵਾਲੋਹ ਨਿੱਕੀ ਪੁਰਸਲਾਤ ਮਤਲਬ ਜਿਹੜਾ ਸਿਰਾਤ ਦਾ ਪੁਲ ਹੈ, ਸਵਰਗਾਂ ਨੂੰ ਜਾਣ ਵਾਲਾ ਜਿਹੜਾ ਪੁਲ ਹੈ, ਉਹ ਵਾਲ ਤੋਂ ਵੀ ਬਰੀਕ ਹੈ। ਇਸ ਕਰਕੇ ਆਪਣੇ ਨਾਲ ਪਾਪ ਆ ਜਿਹੜੇ ਉਹ ਨਹੀਂ ਚੱਕ ਕੇ ਜਾਇਆ ਜਾਣਾ। ਇਜ਼ਰਾਈਲ ਫਰਿਸ਼ਤੇ ਦਾ ਹੈਗਾ ਜੀ ਜਿਸਮ ਵਿੱਚੋਂ ਰੂਹ ਕੱਢਣ ਵਾਲਾ। ਬਾਬੇ ਫਰੀਦ ਨੇ ਜਿਹਦਾ ਨਾਮ ਲਿਖਿਆ ਮਲਕੁਲ ਮੌਤ। ਮਲਕ ਉਲ ਮੌਤ, ਮਲਕੁਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਇਹ ਬਾਬੇ ਫਰੀਦ ਦੇ ਸਲੋਕ ਬੋਲੀ ਜਾਂਦਾ ਮੈਂ। ਬਾਬੇ ਫਰੀਦ ਦੇ ਬਾਰੇ ਆਪਾਂ ਪੜ੍ਹਾਂਗੇ, ਸ਼ਾਨਦਾਰ ਪੜ੍ਹਾਂਗੇ, ਚਿੰਤਾ ਨਾ ਕਰੋ ਤੁਸੀਂ ਕਿਸੇ ਗੱਲ ਦੀ। ਤੇ ਨਾਲੇ ਪ੍ਰਸ਼ਨ ਆਉਣਗੇ ਸਿੱਧੇ। ਅਜ਼ਾਜ਼ੀਲ ਇੱਕ ਵੈਸੇ ਹੀ ਫਰਿਸ਼ਤਾ ਵਿਚਾਰਾ, ਸ਼ੈਤਾਨ ਜਾਂ ਅਬਲੀਸ। ਕਹਿੰਦੇ ਜੀ ਇਹਨੇ ਜਿਹੜਾ ਰੱਬ ਦੀ ਜਿਹੜੀ ਹੈਗੀ ਹੈ ਸਭ ਤੋਂ, ਰੱਬ ਨੇ ਕੋਈ ਸਭ ਤੋਂ ਜ਼ਬਰਦਸਤ ਚੀਜ਼ ਬਣਾਈ ਹੈ ਤਾਂ ਉਹ ਹੈਗਾ ਜੀ ਆਦਮ ਮਨੁੱਖ। ਕਹਿੰਦੇ ਵੀ ਇਹ ਰੱਬ ਨੇ ਜਿਹੜੀ ਹਸਤੀ ਬਣਾਈ, ਅਜ਼ਾਜ਼ੀਲ ਫਰਿਸ਼ਤੇ ਨੇ ਉਹਨੂੰ ਸਲਾਮ ਨਹੀਂ ਕੀਤਾ, ਤੇ ਇਸ ਕਰਕੇ ਇਹਦਾ ਨਾਮ ਹੈ ਜੀ ਸ਼ੈਤਾਨ ਜਾਂ ਅਬਲੀਸ। ਹੁਣ ਆਗੇ ਜੀ ਇਸਲਾਮ ਦੇ ਬੁਨਿਆਦੀ ਤੱਤ। ਜਿਹੜੇ ਬੁਨਿਆਦੀ ਤੱਤ ਉਹ ਹੁੰਦੇ ਆ ਜਿਹੜੇ ਕਿਸੇ ਗ੍ਰੰਥ ਦੇ ਵਿੱਚ, ਜਿਵੇਂ ਮੰਨ ਲਓ ਇਸਲਾਮ ਧਰਮ ਨਾਲ ਸੰਬੰਧਿਤ ਆਪਾਂ ਜਿਹੜਾ ਪਾਵਨ ਪਵਿੱਤਰ ਗ੍ਰੰਥ ਜਿਹੜਾ ਹੈਗਾ ਉਹ ਹੈਗਾ ਜੀ ਕੁਰਾਨ। ਉਹਦੇ ਵਿੱਚ ਕੁਛ ਲਿਖੀਆਂ ਹੋਈਆਂ ਚੀਜ਼ਾਂ ਦੇਖੋ ਜੀ। ਇੱਕ ਤਾਂ ਕਲਮਾ-ਏ ਸ਼ਹਾਦਤ। ਕਲਮਾ ਦਾ ਸ਼ਾਬਦਿਕ ਅਰਥ ਹੈ ਜੀ ਵਾਕ। ਕਲਮਾ ਸ਼ਹਾਦਤ, ਇੱਕ ਤਾਂ ਕਲਮਾ ਪੜ੍ਹਨੀ। ਪਹਿਲਾਂ ਤਾਂ ਬੁਨਿਆਦੀ ਤੱਤ ਹੈ ਜੀ। ਦੇਖੋ ਕਿਹੜੇ ਬੁਨਿਆਦ ਦੇ ਵਿੱਚ ਕਿਹੜੀ ਚੀਜ਼ ਪਈ ਹੈ, ਵੀ ਕਿਹੜੀ ਚੀਜ਼ ਨੂੰ ਅਪਣਾ ਕੇ ਇੱਕ ਬੰਦਾ ਇੱਕ ਸੱਚਾ ਮੁਸਲਮਾਨ ਬਣਦਾ। ਦੇਖੋ ਇੱਕ ਤਾਂ ਹੈਗੀ ਜੀ ਕਲਮਾ ਪੜ੍ਹਨੀ ਹੈ। ਉਸ ਤੋਂ ਬਾਅਦ ਹੈ ਜੀ ਨਮਾਜ਼। ਨਮਾਜ਼ ਦਾ ਸ਼ਾਬਦਿਕ ਅਰਥ ਸਲਾਤ ਵੀ ਆਉਂਦਾ ਕਿਤੇ ਕਿਤੇ, ਸਲਾਤ ਜਾਂ ਨਮਾਜ਼।
ਅੱਗੇ ਕਾਫੀਆਂ ਦੇ ਵਿੱਚ ਦੇਖਾਂਗੇ ਕਿਤੇ ਕਿਤੇ ਸਲਾਤ ਵੀ ਲਿਖਿਆ, ਮੈਂ ਇੱਥੇ ਲਿਖਤਾ, ਮੈਂ ਕਿਹਾ ਸਲਾਤ ਦਾ ਅਰਥ ਇੱਥੇ ਹੀ ਸਮਝਾਈਏ ਤੁਹਾਨੂੰ। ਨਮਾਜ਼ ਦਾ ਸਲਾਤ 5 ਸਮੇਂ ਪੜ੍ਹੀ ਜਾਂਦੀ ਹੈ। ਲਓ ਜੀ, ਮੈਂ ਤੁਹਾਨੂੰ ਕਿਹਾ ਸੀਗਾ ਨਾ ਵੀ ਮੈਂ ਤੁਹਾਨੂੰ ਨਮਾਜ਼ ਦੇ ਦੱਸ ਦੂੰਗਾ ਨਾਮ ਸਾਰੇ। ਆ ਜਾਓ ਜੀ। ਪਹਿਲੀ ਸੁਬਹ ਜਾਂ ਮੂੰਹ ਹਨੇਰੇ ਉਹਨੂੰ ਕਿਹਾ ਜਾਂਦਾ ਫਜਰ। ਉਸ ਤੋਂ ਬਾਅਦ ਜੀ ਦੁਪਹਿਰ ਵੇਲੇ ਜ਼ੋਹਰ, ਬਾਅਦ ਦੁਪਹਿਰ ਅਸਰ, ਸੂਰਜ ਡੁੱਬਣ ਦੇ ਸਮੇਂ ਮਗਰਿਬ ਤੇ ਰਾਤ ਵੇਲੇ ਇਸ਼ਾ। ਇਹ ਜਿਹੜੀਆਂ 5 ਤਰ੍ਹਾਂ ਦੀ ਜਿਹੜੀ ਨਮਾਜ਼ ਆ ਉਹਦੇ ਨਾਮ ਮਾੜਾ ਜੇ ਰੱਖ ਲਿਓ, ਧਿਆਨ ਮਾੜਾ ਜਿਹਾ। ਤੇ ਉਹ ਵੀ ਆਪਾਂ ਦੇਖਾਂਗੇ ਵੀ ਗੁਰੂ ਨਾਨਕ ਦੇਵ ਜੀ ਨੇ ਵੀ 5 ਤਰ੍ਹਾਂ ਦੀ ਨਮਾਜ਼ ਇੱਕ ਮੁਸਲਮਾਨ ਨੂੰ ਸੁਝਾਈ ਹੈ ਜਿਹੜੀ, ਉਹ ਵੀ ਆਪਾਂ ਦੇਖਾਂਗੇ ਕਿਹੜੇ ਤਰ੍ਹਾਂ ਦੀ ਹੈ ਜਦੋਂ ਆਪਾਂ ਬਾਬਾ ਨਾਨਕ ਨੂੰ ਪੜ੍ਹਾਂਗੇ। ਹਾਂਜੀ, ਜੁਮੇ ਜਾਂ ਸ਼ੁੱਕਰਵਾਰ ਨੂੰ ਕਿਹਾ ਜਾਂਦਾ ਜੁਮੇ ਦੀ ਰਾਤ। ਜੁਮੇ ਦੀ ਰਾਤ ਸੁਣੀਏ ਤੁਸੀਂ ਨਾਮ, ਜੁਮਾ ਸ਼ੁੱਕਰਵਾਰ ਦੇ ਦਿਨ ਨੂੰ ਕਿਹਾ ਜਾਂਦਾ ਹੈ। ਨੂੰ ਇੱਕ ਨਮਾਜ਼ ਵਧੇਰੇ ਤੌਰ ਤੇ ਨਗਰ ਜਾਂ ਕਸਬੇ ਦੀ ਕੋਈ ਵੱਡੀ ਮਸੀਤ ਵਿੱਚ ਪੜ੍ਹੀ ਜਾਂਦੀ ਹੈ, ਉਹ ਹੈ ਜਿਹੜੀ ਉਹ ਜੁਮੇ ਜਾਂ ਸ਼ੁੱਕਰਵਾਰ ਵਾਲੇ ਦਿਨ ਪੜ੍ਹੀ ਜਾਂਦੀ ਹੈ। ਉਸ ਤੋਂ ਬਾਅਦ ਜੀ ਰੋਜ਼ਾ ਦਾ ਸ਼ਾਬਦਿਕ ਅਰਥ ਸੌਮ ਵੀ ਲਿਖਿਆ ਹੁੰਦਾ। ਵਰਤ ਤਾਂ ਤੁਹਾਨੂੰ ਪਤਾ ਹੀ ਹੈ, ਵਰਤ ਰਮਜ਼ਾਨ ਦੇ ਮਹੀਨੇ ਵਿੱਚ ਵਰਤ ਰੱਖਣੇ, ਜ਼ਕਾਤ ਦਾਨ ਦੇਣਾ, ਹੱਜ, ਮੱਕੇ ਵਿੱਚ ਖਾਨੇ ਕਾਬਾ ਦੀ ਯਾਤਰਾ ਕਰਨੀ। ਖਾਨੇ ਕਾਬਾ ਮਸਜਿਦ ਨੂੰ ਹੀ ਕਹਿੰਦੇ ਆ। ਹਮਾਉਸਤ ਸਭ ਕੁਝ ਖੁਦਾ ਹੈ। ਹਮਾਉਸਤ ਜਿਹੜਾ ਹੈ ਤਾਤਾ, ਇਸ ਦੀ ਪਾਲਣਾ ਕਰਨੀ ਹੈ। ਹਮਾਉਸਤ ਦਾ ਸ਼ਾਬਦਿਕ ਅਰਥ ਹੈ ਸਭ ਕੁਝ ਖੁਦਾ ਹੈ। ਐਵਰੀਥਿੰਗ ਇਜ਼ ਗੋਡ। ਇੱਕ ਤਾਂ ਮੈਨੂੰ ਨਾ ਅੰਗਰੇਜ਼ੀ ਚਲੋ ਖੈਰ ਨਹੀਂ, ਇੰਨੀ ਵੀ ਨਹੀਂ ਆਉਂਦੀ। ਹਾਂਜੀ, ਬਕਾ ਦਾ ਮਤਲਬ ਹੁੰਦਾ ਹੈ ਜੀ ਸਦੀਵਤਾ, ਹਮੇਸ਼ਾ ਕਾਇਮ ਰਹਿਣ ਵਾਲਾ। ਕੌਣ ਹੈ? ਪਰਮਾਤਮਾ। ਇੱਕ ਬਕਾ ਦੀ ਅਵਸਥਾ ਨੂੰ ਧਾਰਨ ਕਰਨਾ। ਸਦੀਵਤਾ ਜਾਂ ਸਦੀਵੀ ਲਿਖਿਆ ਹੁੰਦਾ ਕਈ ਵਾਰੀ। ਸਦੀਵੀ ਹੁੰਦਾ ਜਿਹੜੀ ਵਸਤੂ ਦਾ, ਜਿਹੜੀ ਚੀਜ਼ ਦਾ ਅਸਤਿਤਵ ਹੋਂਦ ਹਮੇਸ਼ਾ ਬਰਕਰਾਰ ਰਵੇ, ਉਹਨੂੰ ਕਿਹਾ ਜਾਂਦਾ ਸਦੀਵੀ। ਤਲਬ ਦਾ ਤਾਂ ਪਤਾ ਲੱਗ ਹੀ ਗਿਆ, ਤਲਬ ਲੱਗ ਗਈ ਹੋਣੀ ਹੈ ਤੁਹਾਨੂੰ ਪੜ੍ਹਨ ਦੀ, ਰੱਬੀ ਚਾਹਤ। ਹਾਂਜੀ, ਬੜੀਆਂ ਗੱਲਾਂ ਕਲੀਅਰ ਹੋਈਆਂ ਜੀ ਆਪਣੀਆਂ ਪੰਜਾਬੀ ਸੂਫੀ ਕਵੀ। ਆਪਾਂ ਅਗਲੀ ਜਮਾਤ 'ਚ ਪੜ੍ਹਨੇ ਆ, ਮੈਂ ਵੀ ਗਲੇ ਨੂੰ ਸਾਹ ਦੇਣਾ ਹੁੰਦਾ। ਹਾਂਜੀ, ਮੈਨੂੰ ਯਕੀਨ ਆ ਵੀ ਗੱਲਾਂ ਤੁਹਾਨੂੰ ਬਹੁਤ ਸਮਝ ਆਈਆਂ ਹੋਣਗੀਆਂ ਨਵੀਆਂ। ਇਹਦੀ ਜਿਹੜੀ PDF ਹੈ ਇੰਨੇ ਦੀ ਤੁਹਾਨੂੰ ਇੱਕ ਵਾਰੀ ਮਿਲ ਜੂਗੀ। ਉਸ ਤੋਂ ਬਾਅਦ ਆਪਾਂ ਅਗਲੀ ਜਮਾਤ ਦੇ ਵਿੱਚ ਪੰਜਾਬੀ ਸੂਫੀ ਕਵੀਆਂ ਬਾਰੇ ਗੱਲ ਕਰਾਂਗੇ, ਉਹਨਾਂ ਦੇ ਬਾਰੇ ਮੋਟੇ ਤੌਰ 'ਤੇ ਦੇਖਾਂਗੇ। ਤੇ ਉਸ ਤੋਂ ਬਾਅਦ ਆਪਾਂ ਨੂੰ ਪਤਾ ਹੀ ਹੈ ਸਾਡੇ ਸੂਫੀ ਕਵੀ ਚੱਲ ਪੈਣੇ ਆ। ਬਾਬੇ ਫਰੀਦ ਤੋਂ ਆਪਾਂ ਸ਼ੁਰੂ ਕਰਾਂਗੇ ਜੀ। ਮੈਨੂੰ ਉਮੀਦ ਆ ਵੀ ਅੱਜ ਜਮਾਤ ਤੁਹਾਨੂੰ ਜ਼ਰੂਰ ਸਮਝ ਦੇ ਵਿੱਚ ਆਈ ਹੋਣਗੀ। ਇਹਦੀ PDF ਤੁਹਾਨੂੰ ਮਿਲ ਜਾਏਗੀ। ਅੱਛਾ, ਇੱਕ ਗੱਲ ਹੋਰ, ਮਤਲਬ ਜਿਹੜੀ ਇਹ ਤੁਸੀਂ ਜਿਹੜੀ ਹੋਊਗੀ ਇਹਦੇ ਨਾਲ ਸੰਬੰਧਿਤ ਕੋਈ ਪ੍ਰਸ਼ਨ ਤੁਹਾਡੇ ਮਨ ਦੇ ਵਿੱਚ ਹੋਵੇ, ਐਪ ਦੇ ਵਿੱਚ ਕਰ ਦਿਓ ਪ੍ਰਸ਼ਨ, ਕੋਈ ਗੱਲ ਨਹੀਂ। ਅਗਲੀ ਵੀਡੀਓ ਜਾਂ ਜਿਵੇਂ ਵੀ ਸਮਾਂ ਲੱਗੇ, ਜਾਂ ਮੈਂ ਆਪ ਹੀ ਮਤਲਬ ਮੌਖਿਕ ਰੂਪ ਦੇ ਵਿੱਚ ਇੱਥੇ ਬੋਲ ਕੇ ਵੀ, ਪਹਿਲੀ ਗੱਲ ਤਾਂ ਮੈਂ ਬੋਲ ਕੇ ਹੀ ਦੱਸਿਆ ਕਰੂੰਗਾ, ਕੋਈ ਦਿੱਕਤ ਨਹੀਂ। ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕੀ ਕਰਿਆ ਕਰਾਂਗੇ ਵੀ ਉਹ ਸਾਰੇ ਪ੍ਰਸ਼ਨ ਆ ਜਿਹੜੇ ਉਹਨਾਂ ਦਾ ਨਿਸਤਾਰਨ ਕਿਸੇ ਨਾ ਕਿਸੇ ਵੀਡੀਓ 'ਚ ਤੁਹਾਨੂੰ ਜ਼ਰੂਰ ਮਿਲ ਜਾਇਆ ਕਰੂਗਾ। ਤਾਂ ਮੈਨੂੰ ਇਹ ਵੀ ਪਤਾ ਵੀ ਵੀਡੀਓ ਤੁਸੀਂ ਮੇਰੀ ਕੋਈ ਛੱਡਣੀ ਨਹੀਂ, ਸਾਰੀਆਂ ਹੀ ਦੇਖੋਗੇ, ਘੁਮਾ ਕੇ ਦੇਖੋਗੇ ਤੁਸੀਂ। ਇਹ ਹੈ ਜਿਹੜਾ ਇਹਦੇ ਵਿੱਚ ਹੀ ਹੁਣ ਤੁਸੀਂ ਸੂਫੀ ਕਾਵਧਾਰਾ ਸੰਬੰਧਿਤ 11ਵੀਂ ਵਾਲੀ ਪੁਸਤਕ ਦੇ ਵਿੱਚ ਦੇ ਰੱਖਿਆ ਹੈ ਨਾ, ਅਤੇ 10ਵੀਂ ਵਾਲੀ ਪੁਸਤਕ ਦੇ ਵਿੱਚ ਕੋਈ ਮਾੜੀ ਮੋਟੀ ਗੱਲ ਹੋ ਸਕਦਾ ਦੇ ਰੱਖੀ ਹੋਵੇ, ਕਿਉਂਕਿ ਉਹਦਾ ਪਹਿਲਾ ਪਾਠ ਬਾਬਾ ਸ਼ੇਖ ਫਰੀਦ ਨਾਲ ਸੰਬੰਧਿਤ ਹੈ। ਉਹਨਾਂ ਦੇ ਉੱਪਰ ਤੁਸੀਂ ਜ਼ਰੂਰ ਦੇਖਣਾ ਹੈ। ਹਾਂਜੀ, ਠੀਕ ਹੈ ਜੀ, ਜਲਦੀ ਮਿਲਦੇ ਹਾਂ ਜੀ। ਸਤਿ ਸ੍ਰੀ ਅਕਾਲ।